मैं मूरख की केतक बात है, कोट पराधी तरिया रे। गुर नानक जिन सुनिया पेखिया, से फिर गर्भास ना परिया रे। सो कहो टल गुर सेविया, अहनिस सहज सुभाए। दर्शन परसिया गुरु कै, जन्म मरण दुख जाए। होवै सिफत खसम दी, नूर अरसहो कुरसहो झटिया। तुध डिठे सच्चे पातशाह, मल जन्म जन्म दी कट्टिया। सज्जन सच्चा पातशाह, सिर साहां दै साहो। जिस पास बैठिया सोहिया, सबना दा वेसाहो। सतनाम श्री वाहिगुरु साहिब जीओ। सलोक महला दूजा। बाहानियाँ कहानियाँ वत वत करें, जिस सतगुर भावै मन लै, यही कर्म करें। बाहानियाँ कहानियाँ वत वत करें, जे सतगुर भावै मन लै, यही कर्म करें। जाय सिमरत सासत अभ्यास, सुख दारत बचन सब श्रेष्ठ करें। सच्चे लाए सच लगे, सदा सच सुवाले। नानक आए सिख प्रवान भये, जे सगले कुल तारे। सच्चे लाए सच लगे, सदा सच सुनाले। नानक आए सिख प्रवान भये, जे सगले कुल तारे। वाहिगुरु जी का खालसा, वाहिगुरु जी की फतेह। जाहर जहूर हाजिर हजूर, सर्व कला भरपूर, पतित पावन भगत वत्सल, अंतरजामी दसां पातशाहियां दी जोत। धन श्री गुरु ग्रंथ साहिब जी महाराज, सतगुरां दी अपर अपार किरपालता दयालता दा सदका, जगत गुरु धन धन श्री गुरु नानक देव साहिब जी महाराज, सतगुरां दे पावन पवित्र अस्थान सचखंड दरबार गुरुद्वारा श्री बेर साहिब जी विखे ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ
ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਰੂਪ ਦੇ ਵਿੱਚ ਰਾਮ ਕਲੀ ਰਾਗ ਦੀ ਪਹਿਲੀ ਵਾਰ ਦੁਆਰਾ ਸਤਿਗੁਰੂ ਜੀ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਗਰੀਬ ਨਵਾਜ਼ ਸਤਿਗੁਰੂ ਜੀ ਰਹਿਮਤ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜਿਨ੍ਹਾਂ ਸਤਿਗੁਰਾਂ ਦੀ ਮਹਾਨ ਮਹਿਮਾ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੋਰੇ ਅਮਰਦਾਸ ਪਰਸੀਐ, ਪਹੁਮ ਪਾਤਿਕ ਵਿਨਾਸੈ। ਗੋਰੇ ਅਮਰਦਾਸ ਪਰਸੀਐ, ਸਿਧ ਸਾਧ ਕੀਆ ਸਾਸੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਜਿਸ ਧਰਤੀ ਤੇ ਪ੍ਰਾਪਤ ਹੋ ਜਾਣ, ਉਸ ਧਰਤੀ ਦੇ ਪਾਪ ਨਾਸ ਹੋ ਜਾਂਦੇ। ਭੱਟ ਸਾਹਿਬਾਨ ਕਥਨ ਕਰਦੇ, ਅਥਵਾ ਬੁੱਧੀ ਰੂਪੀ ਧਰਤੀ ਦੇ ਪਾਪ ਨਾਸ ਹੋ ਜਾਂਦੇ ਹਨ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਸਿੱਧ ਅਤੇ ਸਾਧਕ ਵੀ ਸੰਸਿਆ ਤੋਂ ਰਹਿਤ ਹੋ ਜਾਂਦੇ। ਸਿੱਧ ਸਾਧ ਕੀ ਆਸਾਸ ਹੈ। ਗੋਰੇ ਅਮਰਦਾਸ ਪਰਸੀਐ, ਧਿਆਨ ਲਹੀਐ, ਪਾਉ ਮੁਕੇ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਪਰਸੀਏ, ਧਿਆਨ ਪ੍ਰਾਪਤ ਕਰੀਏ ਤਾਂ ਪਾ ਲਈਦੀ ਹੈ ਮੁਕਤੀ। ਗੋਰੇ ਅਮਰਦਾਸ ਪਰਸੀਐ, ਅਭਾਉ ਲੱਭੈ ਕਉ ਚੁੱਕੇ। ਭੈ ਤੋਂ ਰਹਿਤ ਪਦਵੀ, ਡਰ ਤੋਂ ਰਹਿਤ ਪਦਵੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪ ਜੀ ਦੇ ਦਰਸ਼ਨ ਪ੍ਰਾਪਤ ਕਰਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ। ਆਵਾ ਗੌਣ ਚੁੱਕਿਆ ਜਾਂਦਾ। ਗੋਰੇ ਅਮਰਦਾਸ ਪਰਸੀਐ, ਅਭਾਉ ਲੱਭੈ ਗਉ ਚੁੱਕੇ। ਐਸੇ ਗਰੀਬ ਨਵਾਜ ਤੀਜੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਇਰਦ ਗਿਰਦ ਮਹਾਰਾਜ ਸਾਹਿਬ ਜੀ ਦੇ ਗੁਰਸਿੱਖ ਮਾਈ ਭਾਈ ਸੰਗਤਾਂ ਵੱਡੀ ਗਿਣਤੀ ਵਿੱਚ ਬੈਠੀਆਂ ਹੋਈਆਂ ਹਨ। ਸਤਿਗੁਰੂ ਜੀ ਸੰਗਤ ਦੇ ਵਿੱਚ ਸੋਭਨੀਕ ਹੋ ਰਹੇ ਆ। ਸੰਗਤ ਨੂੰ ਉਪਦੇਸ਼ ਦੇ ਰਹੇ ਆਪਣੀ ਰਸਨਾ ਤੋਂ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ, ਗੁਰਸਿੱਖੋ, ਜੋ ਬਾਬੇ ਦੀਆਂ ਕਹਾਣੀਆਂ ਹਨ, ਬਾਣੀਆਂ ਕਹਾਣੀਆਂ, ਜੋ ਬਾਬੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀਆਂ ਕਥਾਵਾਂ ਹਨ, ਪੁੱਤ ਸੁਪੁੱਤ ਕਰੇ, ਜੋ ਪੁੱਤਰਾਂ ਦੇ ਵਿੱਚੋਂ ਸ੍ਰੇਸ਼ਟ ਪੁੱਤਰ ਹਨ, ਉਹਨਾਂ ਨੇ ਮਹਾਰਾਜ ਸਾਹਿਬ ਜੀ ਦੀਆਂ ਕਥਾ ਕਹਾਣੀਆਂ ਕਥਨ ਕੀਤੀਆਂ ਹਨ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਮੂਹ ਪੁੱਤਰਾਂ ਦੇ ਵਿੱਚੋਂ ਜੋ ਸ੍ਰੇਸ਼ਟ ਪੁੱਤਰ ਹਨ, ਬਾਬਾ ਲਹਿਣਾ ਜੀ, ਜੋ ਬਾਅਦ ਵਿੱਚ ਗੁਰਤਾ ਗੱਦੀ ਦੇ ਮਾਲਕ ਬਣ ਕੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਹੋਏ। ਤਿੰਨਾਂ ਨੇ ਬਾਬਾ ਸਤਿਗੁਰੂ ਜੀ ਦੀਆਂ ਕਥਾ ਸੰਗਤ ਨੂੰ ਸੁਣਾਈਆਂ।
ਜਿਨ੍ਹਾਂ ਨੇ ਬਾਬਾ ਜੀ ਦੀਆਂ ਕਹਾਣੀਆਂ, ਬਾਬਾ ਜੀ ਦੀਆਂ ਗਾਥਾਵਾਂ ਕਥਨ ਕੀਤੀਆਂ ਹਨ। ਜਦੋਂ ਖਡੂਰ ਸਾਹਿਬ ਦੀ ਧਰਤੀ ਨੂੰ ਆਪ ਜੀ ਨੇ ਭਾਗ ਲਾਏ ਨਾ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਤਾਂ ਗਰੀਬ ਨਵਾਜ ਸਤਿਗੁਰੂ 1596 ਬਿਕਰਮੀ ਸੰਮਤ ਨੂੰ ਗੁਰਤਾ ਗੱਦੀ ਦੇ ਮਾਲਕ ਬਣੇ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ। ਫਿਰ ਆਪ ਜੀ ਨੂੰ ਸ੍ਰੀ ਖਡੂਰ ਸਾਹਿਬ ਦੇ ਵਿੱਚ ਭੇਜਿਆ ਕਿ ਪੁਰਖਾਂ ਹੁਣ ਤੁਸੀਂ ਖਡੂਰ ਸਾਹਿਬ ਵਿੱਚ ਚਲੇ ਜਾਓ, ਜਿਹਦਾ ਜ਼ਿਕਰ ਇਤਿਹਾਸ ਵਿੱਚ ਆਇਆ ਹੈ। ਵਿੱਚ ਕਰਤਾਰਪੁਰੇ ਜਗ ਰਾਈ, ਜਗਤ ਦੇ ਰਾਜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀਨ ਵਡਾਈ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਬਖਸ਼ਿਸ਼ ਕੀਤੀ। अपन कीन सचखंड पयाना, ते आप महाराज साहब जी ने सचखंड पयाना किया। जोत रूप बिब तन पलटाना, ज्योति स्वरूप ने दूसरा शरीर पलटिया, अपनी जोत नूं दूसरे शरीर दे विच दूजे जामे विच पलट लिया, तब्दील कर लिया। जोत ओही है, शरीर दूसरा धारण कर लिया। जोत रूप बिब तन पलटाना, किवें भाई साहब कहंदे ज्यों अधपत एक पोशिश ताज कै, जिवें एक बादशाह अपनी सभा दे विच बैठा होया अपने महलों दे विच जा करके अपनी एक पोशाक ला करके रख दिंदा है पासे, दूसरी पा लैंदा है, फिर सभा दे विच आके सज जांदा है। ज्यों अधपत एक पोशिश ताज कै, बैस है सभा दुतिये तन सज कै। दूजी पोशाक पहन के बादशाह के फिर सभा दे विच सज जांदा है। त्यों खडूर महयान बिराजे, जिन सिमरन कल कल मल भाजे। इसे तरह ही महाराज शरीर रूपी पोशाक बदल के दूजा चोला पहन के खडूर साहिब विच आके विराजमान होए, जिन्हां दे दर्शन कीते कलयुग दे पाप भज जांदे। जोत ओहा जुगत साए सहकाया फेर पलटिया, जोत रूप हर आप गुरु नानक कहायो, ताते अंगद भयो तत स्यों तत मिलायो। ते खडूर साहिब की धरती च जिस वेले आप जी ने संगतां नूं दर्शन बख्शिश कीते, उपदेश दिता, तख्त बैठ अंगद गुरु कीन खडूर निवास, जगते उदाहरण कारने करत सो भगत प्रकाश। एक बासुर आसन डास असीन, सो ध्यान विखै गुर अंगद होए। एक दिन महाराज साहब जी अपने आसन ते चौंकड़ा लाया होया श्री गुरु अंगद देव साहब महाराज जी, ते श्री गुरु नानक देव साहब महाराज के ध्यान दे विच जुड़े हुए, हिरदे विच श्री गुरु नानक देव साहब महाराज जी का ध्यान। एक बासुर आसन डास असीन, सो ध्यान विखै गुर अंगद होए। गुरु नानक के पद पंकज लीन, निरंतर ही मुद लोचन कोय।
पुन जाओ उपजी और बीच विचार, सो किंकर के भ्रम जास विगोए। परमेश्वर श्री गुरु नानक सो, जिन भेद ना मद तरंगह तोए। कि परमेश्वर का स्वरूप श्री गुरु नानक देव साहब महाराज जी, जिन्हां विच ते परमेश्वर विच फर्क ही नहीं है। जिवें पानी ते पानी दीयां लहरां विच फर्क कोई नहीं हुंदा। जिस श्री गुरु नानक देव साहब महाराज ने साडे दासां दे भरम दूर कीते, कि ऐसे श्री गुरु नानक देव साहब महाराज जी का इतिहास किवें गुरु साहब जी ने प्रकाश धारिया, किवें बचपन दे विच महाराज साहब जी ने कौतक कीते, बाल चोज कीते, जवानी दे विच महाराज साहब जी ने की कौतक कीते, फिर उदासियां दे विच महाराज साहब जी ने किवें उपदेश बख्शिया। ये सारा इतिहास कोई सिख सुनावे। ये विचार धन श्री गुरु अंगद देव साहब महाराज के हिरदे दे विच होई। फिर भाई बाला जी राय भोए की तलवंडी तो बिरध अवस्था जिन्हां दी, ते धन श्री गुरु नानक देव साहब महाराज के जो प्यारे सिख हैं, ते श्री गुरु नानक देव साहब महाराज के मित्र भी आ। महाराज ने भाई बाला जी को बहुत बारी ये बचन कह के, भाई बालिया तू साडा मित्र है, प्यारा मित्र है। बचपन के साथी सन ते सरीरक आरबला दे विच भाई बाला जी 3 साल वड्डे सी जगत गुरु जी तो, महाराज साहब जी तो। जिन्हां ने बचपन तो लै करके लम्मा समा करतारपुर साहब नगर वसाउण तक महाराज साहब जी दे नाल साथ निभाया। उदासियां दे समय भाई बाला जी ते भाई मरदाना जी दोवें सिख महाराज साहब जी दे नाल रहे। इधर खडूर साहब की धरती ते धन श्री गुरु अंगद देव साहब महाराज के हिरदे विच विचार पैदा होई, कोई ऐसा सिख जिहड़ा महाराज साहब का सारा इतिहास सुनावे बचपन तो लैके। उधर भाई बाला जी राय भोए की तलवंडी, कि सतगुरु नानक देव साहब महाराज के थां ते हुण जो दूजे पातशाह गुरता गद्दी के मालक बने, उन्हां दे दर्शन करिए। राय भोए की तलवंडी तो चले आ ते खडूर साहब आए। उदों कतक महीने की पुन्निया सी जदों खडूर साहब जिस दिन भाई बाला जी आए। ते धन श्री गुरु अंगद देव साहब महाराज जी नूं नमस्कार कीती, मत्था टेकिया, आपस विच गलबात होई। ते महाराज साहब जी ने श्री गुरु अंगद देव साहब महाराज ने भाई बाला जी नूं पुछया कि तुसीं श्री गुरु नानक देव साहब महाराज के दर्शन कीते? तुसीं महाराज साहब जी की संगत कितना समा कीती? कदों कदे गुरु साहब जी की सिक्खी प्राप्त की? भाई बाला जी कहन लगे, महाराज मेरे सतगुरु श्री गुरु नानक देव साहब जी जिन्हां दे चरनां विच मैं बचपन तो लै करके ही रहिंदा रहा, बचपन तो ही महाराज साहब जी की संगत का आनंद माणिया। ते गुरु साहब जी ने बहुत कृपा की। फिर सुल्तानपुर लोधी की धरती ते जिन्ना चिर महाराज रहे, मैनू नाल ही रखिया मोदी खाने दे विच। फिर उदासियां दे समय भी मैनू नाल ही रखिया। दह दिस दर्श दिखायो दया दृष्ट को देख, धन श्री गुरु नानक देव साहब महाराज ने मेरे उत्ते दया दृष्टि की। मैनू ते भाई मरदाना जी नूं 10 दिशावां दे दर्शन विखाए। 10 दिशावां विच नाल ले करके गए। जदों बाबा जी ने 4 चक्कां नूं उतारिया
ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਜਦੋਂ ਇਹ ਸਾਰੀਆਂ ਬੇਨਤੀਆਂ ਕੀਤੀਆਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਪਰਮ ਪ੍ਰੇਮ ਦੇ ਵਿੱਚ ਲੀਨ ਹੋ ਗਏ। ਉੱਠ ਕੇ ਬਹੁਤ ਪਿਆਰ ਵਿੱਚ ਆ ਕੇ ਭਾਈ ਬਾਲਾ ਜੀ ਨੂੰ ਘੁੱਟ ਕੇ ਛਾਤੀ ਨਾਲ ਲਾਇਆ, ਗਲ ਵਕੜੀ ਵਿੱਚ ਲਿਆ ਕਿ ਭਾਈ ਬਾਲਾ ਜੀ ਤੁਸੀਂ ਧੰਨ ਹੋ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਸਿੱਖੀ ਹਾਸਲ ਕੀਤੀ। ਗਰੀਬ ਨਵਾਜ ਸਾਹਿਬ ਜੀ ਦੇ ਪਾਸ ਖਡੂਰ ਸਾਹਿਬ ਭਾਈ ਬਾਲਾ ਜੀ ਰਹੇ। ਫਿਰ ਮਹਾਰਾਜ ਕਹਿਣ ਲੱਗੇ ਵੀ ਸਤਿਗੁਰੂ ਜੀ ਦਾ ਇਤਿਹਾਸ ਸੁਣਾਓ। ਮੌਜ ਹੈ ਮਹਾਰਾਜ ਸਾਹਿਬ ਜੀ ਦੀ, ਉਹੀ ਸਰੂਪ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੋਤ ਹੀ ਦੂਸਰੇ ਜਾਮੇ ਦੇ ਵਿੱਚ ਪ੍ਰਕਾਸ਼ਮਾਨ ਹੋ ਰਹੀ ਹੈ, ਪਰ ਅਜਰ ਨੂੰ ਜਰਿਆ ਹੋਇਆ। 7 ਸਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਰਹੇ। ਸਾਧ ਸੰਗਤ 1599 ਬਿਕਰਮੀ ਸੰਮਤ ਤੋਂ ਲੈ ਕੇ 1596 ਬਿਕਰਮੀ ਸੰਮਤ ਤੱਕ ਜਦੋਂ ਤੀਕ ਗੁਰਤਾ ਗੱਦੀ ਪ੍ਰਾਪਤ ਹੋਈ, 7 ਸਾਲ ਦਾ ਸਮਾਂ ਬਣਦਾ ਹੈ। 99 ਤੋਂ ਲੈ ਕੇ 96 ਤੱਕ ਬਿਕਰਮੀ ਸੰਮਤ। 28 ਸਾਲ ਦੀ ਉਮਰ ਸੀ ਬਾਬਾ ਲਹਿਣਾ ਜੀ ਦੀ ਜਦੋਂ ਪਹਿਲਾ ਮਿਲਾਪ ਹੋਇਆ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਲ। 35 ਸਾਲ ਦੀ ਉਮਰ ਸੀ ਮਹਾਰਾਜ ਸਾਹਿਬ ਜੀ ਦੀ ਜਦੋਂ ਬਾਬਾ ਲਹਿਣਾ ਜੀ ਨੂੰ ਗੁਰਿਆਈ ਦੇ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਤੇ ਕਹਿ ਦਿੱਤਾ, ਪੁਰਖਾ ਤੁਸੀਂ ਸਾਡੇ ਅੰਗਾਂ ਨਾਲ ਲੱਗ ਕਰਕੇ ਅੰਗਦ ਬਣ ਗਏ ਹੋ। 7 ਸਾਲ ਮਹਾਰਾਜ ਦੇ ਚਰਨਾਂ ਵਿੱਚ ਰਹੇ। ਉਹ ਇਤਿਹਾਸ ਤੇ ਮਹਾਰਾਜ ਦੇ ਸਾਹਮਣੇ ਵਰਤਿਆ ਤੇ ਸਤਿਗੁਰੂ ਅੰਤਰਜਾਮੀ ਆ। ਪਿਛਲਾ ਇਤਿਹਾਸ ਵੀ ਸਭ ਕੁਝ ਮਹਾਰਾਜ ਸਾਹਿਬ ਜੀ ਦੇ ਚਿੱਤ ਖਿਆਲ ਵਿੱਚ ਹੀ ਹੈ, ਸਭ ਕੁਝ ਜਾਣਦੇ ਹੀ ਆ। ਗੁਰੂ ਸਾਹਿਬ ਅੰਤਰਜਾਮੀ ਆਪ ਹੀ ਆ, ਦੂਸਰਾ ਸਰੂਪ ਧਾਰਨ ਕੀਤਾ। ਭਾਈ ਬਾਲਾ ਜੀ ਨੂੰ ਕਹਿੰਦੇ ਆ ਕਿ ਸਤਿਗੁਰੂ ਜੀ ਦਾ ਸਾਰਾ ਇਤਿਹਾਸ ਸੁਣਾਓ। ਮਹਾਰਾਜ ਨੇ ਪ੍ਰਕਾਸ਼ ਕਦੋਂ ਧਾਰਿਆ ਸੀ? ਕਹਿਣ ਲੱਗੇ ਜੀ ਪਤਾ ਲੱਗਾ ਹੈ ਕੁਝ ਬਚਪਨ ਦੇ ਵਿੱਚ ਨਗਰ ਦੇ ਵਿੱਚ ਪਰਿਵਾਰ ਤੋਂ ਸੁਣਦੇ ਰਹੇ ਹਾਂ ਕਿ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਮਹਾਰਾਜ ਸਾਹਿਬ ਨੇ ਪ੍ਰਕਾਸ਼ ਧਾਰਿਆ 1526 ਬਿਕਰਮੀ ਸੰਮਤ। ਪੰਡਤ ਹਰਦਿਆਲ ਨੇ ਮਹਾਰਾਜ ਸਾਹਿਬ ਜੀ ਦੇ ਜਨਮ ਦੀ ਤਰੀਕ ਲਿਖੀ ਹੈ, ਪ੍ਰਕਾਸ਼ ਧਾਰਨ ਦੀ ਤਰੀਕ ਲਿਖੀ ਹੈ, ਜਨਮ ਪੱਤਰੀ ਬਣਾਈ ਉਹਨਾਂ ਨੇ। ਜੇ ਆਪ ਜੀ ਕਿਰਪਾ ਕਰੋ ਕਿਸੇ ਸਿੱਖ ਨੂੰ ਭੇਜੋ ਤਾਂ ਉਹ ਜਾ ਕਰਕੇ ਜਨਮ ਪੱਤਰੀ ਲੈ ਆਵੇ। ਫਿਰ ਮਹਾਰਾਜ ਸਾਹਿਬ ਕਹਿਣ ਲੱਗੇ ਵੀ ਭਾਈ ਬਾਲਾ ਜੀ ਤੁਸੀਂ ਉਸ ਨਗਰ ਦੇ ਰਹਿਣ ਵਾਲੇ ਹੋ, ਰਾਏ ਭੋਏ ਦੀ ਤਲਵੰਡੀ ਦੇ, ਇਹ ਸੇਵਾ ਦਾ ਕਾਰਜ ਆਪ ਜੀ ਨੂੰ ਹੀ ਕਰਨਾ ਚਾਹੀਦਾ, ਤੁਸੀਂ ਹੀ ਜਾਓ। ਕਹਿਣ ਲੱਗੇ ਮਹਾਰਾਜ ਇੱਕ ਹੋਰ ਸਿੱਖ ਮੇਰੇ ਨਾਲ ਭੇਜ ਦਿਓ। ਫਿਰ ਖਡੂਰ ਸਾਹਿਬ ਤੋਂ ਮਹਾਰਾਜ ਨੇ ਭਾਈ ਲਾਲੇ ਪੰਨੂ ਨੂੰ ਨਾਲ ਭੇਜਿਆ, ਲਾਲਾ ਪੰਨੂ। ਦੋਵੇਂ ਸਿੱਖ ਗਏ ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਾਤਾ ਪਿਤਾ ਜੀ ਧੰਨ ਮਾਤਾ ਤ੍ਰਿਪਤਾ ਜੀ ਤੇ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਉਹ ਤਾਂ ਸੱਚਖੰਡ ਪਿਆਨਾ ਕਰ ਚੁੱਕੇ ਸਨ। ਗੁਰੂ ਸਾਹਿਬ ਜੀ ਦੇ ਸਤਿਕਾਰਯੋਗ ਚਾਚਾ ਜੀ ਸਨ ਉਸ ਵੇਲੇ ਬਜ਼ੁਰਗ ਅਵਸਥਾ ਵਿੱਚ ਘਰ ਵਿੱਚ, ਸਤਿਕਾਰਯੋਗ ਚਾਚਾ ਲਾਲੂ ਜੀ। ਉਹਨਾਂ ਨੂੰ ਜਾ ਕਰਕੇ ਭਾਈ ਬਾਲਾ ਜੀ ਮਿਲੇ। ਭਾਈ ਬਾਲਾ ਜੀ ਵੀ ਬਿਰਧ ਅਵਸਥਾ ਵਿੱਚ ਸਨ। ਵੇਖੋ 70 ਸਾਲ ਦੀ ਸਰੀਰਕ ਕਾਰਬਲਾ ਦੇ ਵਿੱਚ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਗੁਰਿਆਈ ਦੇ ਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸੱਚਖੰਡ ਪਿਆਨਾ ਕੀਤਾ ਹੈ ਤੇ ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਤੋਂ 3 ਸਾਲ ਵੱਡੇ ਸਨ, ਬਿਰਧ ਅਵਸਥਾ ਵਿੱਚ। ਤੇ ਗੁਰੂ ਸਾਹਿਬ ਦੇ ਚਾਚਾ ਜੀ ਉਦੋਂ ਵੀ ਜ਼ਿਆਦਾ ਬਿਰਧ ਅਵਸਥਾ ਦੇ ਵਿੱਚ, ਚਾਚਾ ਲਾਲੂ ਜੀ। ਭਾਈ ਬਾਲਾ ਜੀ ਜਦੋਂ ਜਾ ਕੇ ਮਿਲੇ ਹਨ ਚਾਚਾ ਲਾਲੂ ਜੀ ਨੂੰ, ਬੇਨਤੀ ਕੀਤੀ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਏ ਹਾਂ
ਜਿਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਣੇ ਥਾਂ ਦੇ ਉੱਤੇ ਗੁਰਿਆਈ ਬਖਸ਼ਿਸ਼ ਕੀਤੀ ਹੈ। ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਏ ਆ ਖਡੂਰ ਸਾਹਿਬ ਦੇ ਵਿੱਚ, ਤੇ ਉਹਨਾਂ ਸਤਿਗੁਰਾਂ ਨੇ ਆਪ ਜੀ ਦੇ ਪਾਸ ਭੇਜਿਆ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਧਾਰਨ ਦੀ ਜੋ ਤਰੀਕ ਜਿਹਦੇ ਤੇ ਲਿਖੀ ਹੋਈ ਹੈ, ਜੋ ਪੰਡਤ ਹਰਦਿਆਲ ਨੇ ਜਨਮ ਪੱਤਰੀ ਬਣਾਈ ਸੀ, ਉਹ ਜਨਮ ਪੱਤਰੀ ਸਾਨੂੰ ਦਿਓ। ਅੱਜ ਕੱਲ੍ਹ ਜਨਮ ਦਾ ਸਰਟੀਫਿਕੇਟ ਬਣਾਇਆ ਜਾਂਦਾ ਹੈ, ਉਹਨਾਂ ਦਿਨਾਂ ਵਿੱਚ ਪੰਡਤ ਜੀ ਉਹ ਜਨਮ ਪੱਤਰੀ ਬਣਾਉਂਦੇ ਸਨ। ਇੰਨੀ ਗੱਲ ਸਮਝ ਲਓ ਕਿ ਜਨਮ ਦਾ ਸਰਟੀਫਿਕੇਟ ਹੀ ਹੈ, ਜਾਣੋ ਜਨਮ ਦਾ ਸਰਟੀਫਿਕੇਟ ਹੀ। ਸਤਿਕਾਰਯੋਗ ਚਾਚਾ ਲਾਲੂ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਪਹਿਲਾਂ ਹੋਰ ਵੀ ਗੱਲਾਂ ਬਾਤਾਂ ਚੱਲੀਆਂ, ਕਹਿਣ ਲੱਗੇ ਵੀ ਭਾਈ ਬਾਲਾ ਜੀ, ਜੋ ਤੁਸੀਂ ਦੱਸਿਆ ਹੈ ਕਿ ਗੁਰਤਾ ਗੱਦੀ ਸਤਿਗੁਰਾਂ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦਿੱਤੀ ਹੈ, ਹੁਣ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹੈ ਕਿ ਸ੍ਰੀ ਚੰਦ ਹੈ? ਭਾਈ ਬਾਲਾ ਜੀ ਕਹਿਣ ਲੱਗੇ, ਨਹੀਂ, ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹਨ, ਉਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੇਵਕ ਹਨ, ਤੇ ਸਤਿਗੁਰੂ ਜੀ ਨੇ ਆਪਣੇ ਸੇਵਕ ਨੂੰ ਗੁਰਿਆਈ ਦਿੱਤੀ ਹੈ। ਕਹਿਣ ਲੱਗੇ ਸ੍ਰੀ ਚੰਦ ਨੂੰ ਨਹੀਂ? ਆਖਿਆ ਨਹੀਂ, ਬਾਬਾ ਸ੍ਰੀ ਚੰਦ ਜੀ ਨੂੰ ਨਹੀਂ, ਮਹਾਰਾਜ ਜੀ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਉਹ ਗੁਰੂ ਸਾਹਿਬ ਜੀ ਦੇ ਸੁਪੁੱਤਰ ਕਰਕੇ ਪੂਜੇ ਜਾਣਗੇ। ਗੁਰੂ ਸਾਹਿਬ ਜੀ ਦੇ ਸੁਪੁੱਤਰ ਕਰਕੇ ਸੰਸਾਰ ਦੇ ਵਿੱਚ ਸੰਗਤਾਂ ਉਹਨਾਂ ਨੂੰ ਮਾਣ ਸਨਮਾਨ ਦੇਣਗੀਆਂ, ਸਤਿਕਾਰੇ ਜਾਣਗੇ, ਪੂਜੇ ਜਾਣਗੇ। ਭਾਈ ਬਾਲਾ ਜੀ ਨੇ ਇਹ ਗੱਲ ਆਖੀ। ਫਿਰ ਕਹਿਣ ਲੱਗੇ ਚਾਚਾ ਲਾਲੂ ਜੀ ਵੀ ਘਰ ਦੇ ਵਿੱਚ ਲੇਖੇ ਜੋਖੇ ਦੇ ਕਾਗਜ਼ ਤਾਂ ਬਹੁਤ ਪਏ ਹੋਏ ਹਨ, ਕਿਉਂਕਿ ਮਹਾਰਾਜ ਦੇ ਪਿਤਾ ਜੀ ਮਹਿਤਾ ਕਲਿਆਣ ਚੰਦ ਜੀ, ਉਹਨਾਂ ਨੂੰ ਮਹਿਤਾ ਤਾਂ ਹੀ ਕਿਹਾ ਜਾਂਦਾ ਸੀ, ਉਹ ਪਟਵਾਰੀ ਸਨ। ਤਲਵੰਡੀ ਮਹਿਰਾਏ ਬੁਲਾਰੂ ਸੋਦਰ ਸਮ ਕਾਲੂ ਸੰਗ ਪਿਆਰੂ। ਰਾਏ ਬੁਲਾਰ ਜੀ ਨੇ ਆਪਣੇ ਸਾਰੇ ਇਲਾਕੇ ਦੇ ਪਟਵਾਰ ਦੀ ਨੌਕਰੀ ਮਹਿਤਾ ਕਲਿਆਣ ਚੰਦ ਜੀ ਨੂੰ ਦਿੱਤੀ ਹੋਈ ਸੀ, ਤੇ ਪਟਵਾਰੀਆਂ ਕੋਲੇ ਕਾਗਜ਼ ਤਾਂ ਫਿਰ ਹੁੰਦੇ ਹੀ ਆ ਬਹੁਤ ਜ਼ਿਆਦਾ, ਹਰ ਇੱਕ ਜ਼ਮੀਨ ਦੇ, ਹਰ ਇੱਕ ਖੇਤ ਦੇ, ਹਰ ਇੱਕ ਜਿੰਨਾ ਇਲਾਕਾ ਉਹਨਾਂ ਦੇ ਕੋਲੇ। ਚਾਚਾ ਲਾਲੂ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ, ਘਰ ਵਿੱਚ ਕਾਗਜ਼ ਤਾਂ ਬਹੁਤ ਪਏ ਹੋਏ ਆ, ਉਹਦੇ ਚੋਂ ਲੱਭ ਕੇ ਆਪਾਂ ਵੇਖਦੇ ਹਾਂ, ਤੁਸੀਂ ਵੀ ਲੱਭੋ। ਭਾਈ ਬਾਲਾ ਜੀ ਵੀ ਲੱਭਣ ਲੱਗੇ, ਲਾਲਾ ਪੰਨੂ ਜੀ ਵੀ ਲੱਭਣ ਲੱਗੇ, ਸਤਿਕਾਰਯੋਗ ਚਾਚਾ ਲਾਲੂ ਜੀ ਵੀ ਲੱਭਣ ਲੱਗੇ। ਲੱਭਦਿਆਂ 5 ਦਿਨ ਲੱਗ ਗਏ। 5ਵੇਂ ਦਿਨ ਪ੍ਰਾਪਤ ਹੋਈ, ਭਾਈ ਬਾਲਾ ਜੀ ਨੂੰ ਦਿੱਤੀ। ਉਹ ਤੇ ਲਾਲਾ ਪੰਨੂ ਜੀ ਲੈ ਕਰਕੇ ਖਡੂਰ ਸਾਹਿਬ ਆਏ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਦਿੱਤੀ। ਸਤਿਗੁਰੂ ਜੀ ਨੇ ਬੜੇ ਸਤਿਕਾਰ ਦੇ ਨਾਲ ਆਪਣੇ ਸੀਸ ਤੇ ਰੱਖੀ। ਫਿਰ ਖੋਲ ਕੇ ਵੇਖਿਆ ਤੇ ਸੰਸਕ੍ਰਿਤ ਵਿੱਚ ਲਿਖੀ ਹੋਈ ਹੈ, ਕਿਉਂਕਿ ਪੰਡਤ ਹਰਦਿਆਲ ਸੰਸਕ੍ਰਿਤ ਪੜ੍ਹੇ ਹੋਏ ਸੀ, ਉਹਨਾਂ ਨੇ ਸੰਸਕ੍ਰਿਤ ਵਿੱਚ ਹੀ ਸਾਰਾ ਵੇਰਵਾ ਲਿਖਿਆ। ਫਿਰ ਮਹਾਰਾਜ ਕਹਿਣ ਲੱਗੇ ਵੀ ਕੋਈ ਸਿੱਖ ਸੰਸਕ੍ਰਿਤ ਜੋ ਪੜ੍ਹਨੀ ਜਾਣਦਾ ਹੋਵੇ ਉਹ ਇਹ ਪੜ੍ਹ ਕੇ ਸੁਣਾਵੇ, ਨਾਲੇ ਇਸ ਨੂੰ ਗੁਰਮੁਖੀ ਵਿੱਚ ਲਿਖਵਾ ਦਈਏ। ਪਾਸ ਹੀ ਬੈਠੇ ਹੋਏ ਸਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਮਹਿਮਾ ਖਹਿਰਾ ਜੱਟ, ਖਡੂਰ ਸਾਹਿਬ ਦੇ ਵਾਸੀ। ਉਹਨਾਂ ਬੇਨਤੀ ਕੀਤੀ, ਮਹਾਰਾਜ ਸੁਲਤਾਨਪੁਰ ਲੋਧੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਸਿੱਖ ਭਾਈ ਪੈੜਾ ਮੁਖਾ ਹੈ, ਉਸਨੇ ਸਤਿਗੁਰੂ ਜੀ ਦੇ ਪਾਸੋਂ ਗੁਰਮੁਖੀ ਵੀ ਸਿੱਖੀ ਹੈ ਤੇ ਸੰਸਕ੍ਰਿਤ ਵੀ ਸਿੱਖੀ ਹੈ, ਉਸ ਨੂੰ ਬੁਲਾ ਲਵੋ। ਤੇ ਮਹਾਰਾਜ ਕਹਿਣ ਲੱਗੇ, ਭਾਈ ਮਹਿਮਾ ਖਹਿਰਾ ਜੀ, ਇਹ ਸੇਵਾ ਤੁਸੀਂ ਹੀ ਕਰੋ, ਜਾਓ ਸੁਲਤਾਨਪੁਰ ਸਾਹਿਬ ਤੇ ਬਹੁਤ ਸਤਿਕਾਰ ਦੇ ਨਾਲ ਸਤਿਗੁਰੂ ਜੀ ਦੇ ਸਿੱਖ ਭਾਈ ਪੈੜੇ ਮੁਖੇ ਨੂੰ ਲੈ ਕੇ ਆਓ। ਇੱਥੋਂ ਸੁਲਤਾਨਪੁਰ ਲੋਧੀ ਤੋਂ ਭਾਈ ਪੈੜਾ ਮੁਖਾ ਜੀ ਨੂੰ ਮਹਿਮਾ ਖਹਿਰਾ ਜੀ ਫਿਰ ਖਡੂਰ ਸਾਹਿਬ ਲੈ ਕੇ ਗਏ। ਸਤਿਗੁਰੂ ਜੀ ਨੇ ਆਖਿਆ ਵੀ ਆ ਜਨਮ ਪੱਤਰੀ ਪੜ੍ਹ ਕੇ ਸਾਨੂੰ ਸੁਣਾਓ, ਨਾਲੇ ਇਹਨੂੰ ਗੁਰਮੁਖੀ ਦੇ ਵਿੱਚ ਲਿਖ ਦਿਓ। ਭਾਈ ਪੈੜਾ ਮੁਖਾ ਜੀ ਨੇ ਪੜ੍ਹ ਕੇ ਸੁਣਾ ਦਿੱਤੀ ਵੀ ਕੱਤਕ ਮਹੀਨੇ ਦੀ ਪੂਰਨਮਾਸ਼ੀ ਤੇ ਅੰਮ੍ਰਿਤ ਵੇਲਾ, ਬ੍ਰਹਮ ਮੁਹੂਰਤ, ਅੰਮ੍ਰਿਤ ਵੇਲੇ ਦਾ ਸਮਾਂ ਹੈ। ਤੇ ਮਹਾਰਾਜ ਸਾਹਿਬ ਜੀ ਨੇ 1526 ਬਿਕਰਮੀ ਸੰਮਤ ਨੂੰ
ਰਾਏ ਭੋਏ ਦੀ ਤਲਵੰਡੀ। ਧੰਨ ਧੰਨ ਪਿਤਾ ਮਹਿਤਾ ਕਲਿਆਣ ਚੰਦ ਜੀ, ਧੰਨ ਧੰਨ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਪ੍ਰਕਾਸ਼ ਧਾਰਿਆ। ਉਹ ਪੜ੍ਹ ਕੇ ਸੁਣਾ ਦਿੱਤੇ, ਫਿਰ ਗੁਰਮੁਖੀ ਵਿੱਚ ਲਿਖ ਦਿੱਤੀ। ਫਿਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਕਿ ਭਾਈ ਪੈੜਾ ਮੁਖਾ ਜੀ, ਹੁਣ ਤੁਸੀਂ ਸਾਰਾ ਇਤਿਹਾਸ ਲਿਖੋ ਗੁਰੂ ਸਾਹਿਬ ਜੀ। ਭਾਈ ਬਾਲਾ ਜੀ, ਤੁਸੀਂ ਬਚਪਨ ਤੋਂ ਮਹਾਰਾਜ ਦੇ ਨਾਲ ਰਹੇ ਹੋ, ਗੁਰੂ ਸਾਹਿਬ ਜੀ ਤੋਂ ਸਰੀਰਕ ਉਮਰ ਦੇ ਵਿੱਚ 3 ਸਾਲ ਵੱਡੇ ਹੋ। ਤੁਸੀਂ ਬਚਪਨ ਵਿੱਚ ਸਤਿਗੁਰੂ ਜੀ ਦੇ ਨਾਲ ਖੇਲਾਂ ਵੀ ਖੇਲੀਆਂ, ਖੇਡਾਂ ਖੇਡਦੇ ਰਹੇ ਹੋ, ਬਚਪਨ ਦੇ ਕੌਤਕਾਂ ਨੂੰ ਵੀ ਜਾਣਦੇ ਹੋ। ਸੁਲਤਾਨਪੁਰ ਲੋਧੀ ਵੀ ਮਹਾਰਾਜ ਦੇ ਨਾਲ ਰਹੇ ਹੋ, ਉਦਾਸੀਆਂ ਵਿੱਚ ਵੀ 25 ਸਾਲ ਦਾ ਸਮਾਂ ਨਾਲ ਹੀ ਰਹੇ ਹੋ। ਇਸ ਕਰਕੇ ਤੁਸੀਂ ਬਚਪਨ ਤੋਂ ਲੈ ਕੇ ਜਿੰਨਾ ਇਤਿਹਾਸ ਤੁਹਾਨੂੰ ਯਾਦ ਹੈ ਉਹ ਸਾਰਾ ਸੁਣਾਓ। ਫਿਰ ਪ੍ਰਕਾਸ਼ ਧਾਰਨ ਤੋਂ ਲੈ ਕੇ ਭਾਈ ਬਾਲਾ ਜੀ ਸੁਣਾਉਣ ਲੱਗ ਪਏ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਰਵਣ ਕਰਨ ਲੱਗ ਪਏ ਤੇ ਭਾਈ ਪੈੜਾ ਮੁਖਾ ਸੁਲਤਾਨਪੁਰ ਲੋਧੀ ਦੇ ਇੱਥੋਂ ਦਾ ਸਿੱਖ ਸੀ, ਉਹ ਲਿਖਣ ਦੀ ਸੇਵਾ ਕਰਨ ਲੱਗ ਪਏ। ਹੋਰ ਵੀ ਸਿੱਖ ਇਤਿਹਾਸ ਸੁਣਨ ਲੱਗ ਪਏ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਚੌਂਕੜਾ ਲਾ ਕੇ ਸੁਣਦੇ ਆ, ਭਾਈ ਬਾਲਾ ਜੀ ਸੁਣਾਉਂਦੇ ਆ, ਭਾਈ ਪੈੜਾ ਮੁਖਾ ਜੀ ਲਿਖਦੇ ਆ, ਤੇ ਹੋਰ ਕੌਣ ਕੌਣ ਸੁਣਦੇ ਆ? ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਜੋ ਇੱਥੇ ਕਹਿ ਰਹੇ ਹਨ। ਸ਼ਲੋਕ ਮਹੱਲਾ ਤੀਜਾ, ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ। ਕਿ ਬਾਬੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਕਹਾਣੀਆਂ ਕਥਾਵਾਂ ਜੋ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਵਾ ਉਹ ਕਰਦੇ ਆ। ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਸਾਰੇ ਪੁੱਤਰਾਂ ਦੇ ਵਿੱਚੋਂ, ਕਿਉਂਕਿ ਪੁੱਤਰ ਮਹਾਰਾਜ ਦੇ ਦੋ ਹੀ ਤੇ ਨਹੀਂਗਾ ਵੀ ਇਕੱਲੇ ਬਾਬਾ ਸ੍ਰੀ ਚੰਦ ਸਾਹਿਬ ਜੀ ਤੇ ਬਾਬਾ ਲਖਮੀ ਦਾਸ ਸਾਹਿਬ, ਉਹ ਤਾਂ ਮਹਾਰਾਜ ਸਾਹਿਬ ਜੀ ਦੇ 2 ਸਾਹਿਬਜ਼ਾਦੇ ਹੈ ਹੀ ਆ ਸਤਿਕਾਰਯੋਗ। ਪਰ ਜਿੰਨੇ ਸਿੱਖ ਵਾ ਇਹ ਸਾਰੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਵਾ। ਜਿੰਨੇ ਵੀ ਸਿੱਖ ਮਾਈ ਭਾਈ ਇਹ ਪੁੱਤਰ ਧੀਆਂ ਵਾ ਗੁਰੂ ਨਾਨਕ ਸਾਹਿਬ ਜੀ ਦੇ। ਗੁਰੂ ਨਾਨਕ ਸਾਹਿਬ ਜੀ ਦੇ ਇੰਨੇ ਪੁੱਤਰ ਵਾ ਗਿਣੇ ਹੀ ਨਹੀਂ ਜਾ ਸਕਦੇ। ਕਿੰਨੀ ਸੰਗਤ ਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਸਾਰੇ ਗੁਰੂ ਨਾਨਕ ਸਾਹਿਬ ਦੇ ਪੁੱਤਰ ਹੀ ਆ। ਤੇ ਉਹਨਾਂ ਸਾਰੇ ਪੁੱਤਰਾਂ ਦੇ ਵਿੱਚੋਂ, ਸਾਰੇ ਸਿੱਖਾਂ ਦੇ ਵਿੱਚੋਂ ਜਿਹੜੇ ਸ੍ਰੇਸ਼ਟ ਪੁੱਤਰ ਕੌਣ ਆ? ਉਹ ਬਾਬਾ ਲਹਿਣਾ ਜੀ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਗਾਥਾਵਾਂ ਸਾਰੀਆਂ ਸੁਣੀਆਂ ਤੇ ਲਿਖਾਈਆਂ। ਫਿਰ ਮਹਾਰਾਜ ਨੇ ਵੱਡਾ ਪਰਉਪਕਾਰ ਕੀਤਾ। ਸਤਿਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਇਤਿਹਾਸ ਇਹ ਦੂਜੇ ਪਾਤਸ਼ਾਹ ਨੇ ਲਿਖਵਾਉਣ ਦੀ ਮਹਾਨ ਕਿਰਪਾ ਕੀਤੀ ਸਾਡੇ ਤੇ। ਉਹਦਾ ਜ਼ਿਕਰ ਇੱਥੇ ਮਹਾਰਾਜ ਕਰ ਰਹੇ ਆ ਵੀ ਬਾਬੇ ਦੀਆਂ ਜੋ ਕਥਾ ਕਹਾਣੀਆਂ ਨਾ ਉਹ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਕਰਦੇ ਆ। ਪੁੱਤਰਾਂ ਵਿੱਚੋਂ ਜੋ ਸ੍ਰੇਸ਼ਟ ਪੁੱਤਰ ਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਰਖ ਕਰਕੇ ਜਿਨ੍ਹਾਂ ਨੂੰ ਗੁਰਿਆਈ ਦਿੱਤੀ ਮਹਾਰਾਜ ਸਾਹਿਬ ਜੀ ਨੇ। ਸਾਰੀ ਸੰਗਤ ਨੂੰ ਪਰਖਿਆ ਸੀ, ਸਾਰੇ ਸਿੱਖਾਂ ਪੁੱਤਰਾਂ ਨੂੰ ਪਰਖਿਆ ਸੀ। ਸਿੱਖਾਂ ਪੁੱਤਰਾਂ ਭੋਖ ਕੈ ਸਭ ਉਮਤ ਵੇਖੋ ਜੇ ਕਿਉਣ, ਜਾਂ ਸੁਧੋਸ ਤਾਂ ਲਹਿਣਾ ਟਿੱਕੇ ਆਉਣ। ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਸਾਰਾ ਇਤਿਹਾਸ ਸੁਣਿਆ। ਜਦੋਂ ਗੁਰੂ ਅੰਗਦ ਸਾਹਿਬ ਜੀ ਸੁਣ ਰਹੇ ਆ ਖਡੂਰ ਸਾਹਿਬ ਦੀ ਧਰਤੀ ਤੇ ਸੇਵਕ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਵੀ ਉਸ ਵੇਲੇ ਇਤਿਹਾਸ ਸਰਵਣ ਕਰ ਰਹੇ, ਕਿਉਂਕਿ 12 ਸਾਲ ਆਪ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ ਨਾ ਅੰਮ੍ਰਿਤ ਵੇਲੇ ਦਾ। 12 ਸਾਲ ਸੇਵਕ ਬਣ ਕੇ ਉਮਰ ਦੇ ਵਿੱਚ ਸਰੀਰਕ ਆਰਬਲਾ ਦੇ ਵਿੱਚ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ 25 ਸਾਲ ਗੁਰੂ ਅਮਰਦਾਸ ਸਾਹਿਬ ਜੀ ਵੱਡੇ ਸਨ ਸਰੀਰਕ ਆਰਬਲਾ ਦੇ ਵਿੱਚ। ਤੇ 12 ਵਰੇ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਇਸ਼ਨਾਨ ਕਰਾਇਆ। ਤੇ ਜਦੋਂ ਭਾਈ ਬਾਲਾ ਜੀ ਇਤਿਹਾਸ ਸੁਣਾਉਂਦੇ ਸੀ, ਕਥਾ ਸੁਣਾਉਂਦੇ ਸੀ, ਗੁਰੂ ਅਮਰਦਾਸ ਸਾਹਿਬ ਜੀ ਵੀ ਉਸ ਵੇਲੇ ਸੇਵਾਦਾਰ ਰੂਪ ਦੇ ਵਿੱਚ ਚੌਂਕੜਾ ਲਾ ਕੇ ਸੁਣਿਆ ਕਰਦੇ ਸਨ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਸੰਗਤ ਵਿੱਚ ਚੌਂਕੜਾ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ 'ਚ ਬੈਠ ਕੇ ਇਤਿਹਾਸ ਸੁਣਦੇ ਸਨ। ਡੱਲੇ ਨਗਰ ਦੇ ਰਹਿਣ ਵਾਲੇ ਪਰਮਹੰਸ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਪਾਰੋ ਜੀ ਵੀ ਉੱਥੇ ਇਹ ਇਤਿਹਾਸ ਸੁਣਦੇ ਸਨ। ਭਾਈ ਜੀਵਾ ਜੀ ਵੀ ਇਹ ਇਤਿਹਾਸ ਸੁਣਦੇ ਸੀ। ਭਾਈ ਢਿੰਗਾ ਜੀ ਵੀ ਇਹ ਇਤਿਹਾਸ ਸੁਣਦੇ ਸਨ। ਕਿੰਨੇ ਗੁਰਸਿੱਖਾਂ ਦਾ ਜ਼ਿਕਰ ਆਇਆ। ਤੇ ਹੋਰ ਸੰਗਤਾਂ ਨਗਰਾਂ ਪਿੰਡਾਂ ਸ਼ਹਿਰਾਂ ਦੀਆਂ ਜਿਹੜੀਆਂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਸੀ, ਜਦੋਂ ਭਾਈ ਬਾਲਾ ਜੀ ਰੋਜ਼ ਮਹਾਰਾਜ ਜੀ ਦਾ ਨਵੇਂ ਤੋਂ ਨਵਾਂ ਇਤਿਹਾਸ ਸੁਣਾਉਂਦੇ
ਰਾਏ ਭੋਏ ਦੀ ਤਲਵੰਡੀ ਦਾ 15 ਸਾਲਾਂ ਦਾ ਇਤਿਹਾਸ। 15 ਸਾਲ ਤੋਂ ਸਰੀਰਕ ਆਰਬਲਾ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ 15 ਸਾਲ ਦੀ ਹੋਈ ਤੇ ਸੁਲਤਾਨਪੁਰ ਲੋਧੀ ਵਿੱਚ ਆਏ। 15 ਸਾਲ ਤੋਂ ਲੈ ਕੇ 28 ਸਾਲ ਦੀ ਉਮਰ ਦੇ ਤੱਕ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਭਾਗ ਲਾਏ। ਇਹ ਵੀ ਸਾਰਾ ਸੁਣਾਇਆ ਇਤਿਹਾਸ ਭਾਈ ਬਾਲਾ ਜੀ। ਉਦਾਸੀਆਂ ਦਾ ਸੁਣਾਇਆ ਇੱਕ ਇੱਕ ਬਚਨ। ਤਾਂ ਉਹ ਨਾਲ ਨਾਲ ਭਾਈ ਪੈੜਾ ਮੁਖਾ ਜੀ ਲਿਖੀ ਜਾ ਰਹੇ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸੁਣ ਰਹੇ। ਆਪ ਸਮਾਧੀ ਲੱਗ ਜਾਇਆ ਕਰਦੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਣਦਿਆਂ ਸੁਣਦਿਆਂ। ਚੌਂਕੜਾ ਲੱਗਾ ਹੋਇਆ, ਨੇਤਰ ਮੁੰਦੇ ਹੋਏ ਆ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਭਾਈ ਬਾਲਾ ਜੀ ਦੀ ਰਸਨਾ ਤੋਂ ਸੁਣਦੇ ਆ। ਇਤਿਹਾਸ ਵਿੱਚ ਬੜੇ ਪ੍ਰੇਮ ਨਾਲ ਲਿਖਿਆ ਹੋਇਆ ਹੈ ਕਿ ਚੰਦਰਮਾ ਵਰਗੇ ਮੁਖ ਤੋਂ ਭਾਈ ਬਾਲਾ ਜੀ ਅੰਮ੍ਰਿਤ ਵਰਗਾ ਇਤਿਹਾਸ ਸੁਣਾਉਂਦੇ। ਚੰਦਰਮਾ ਵਰਗੇ ਮੁਖ ਤੋਂ ਅੰਮ੍ਰਿਤ ਵਰਗਾ ਇਤਿਹਾਸ ਸੁਣਾਉਂਦੇ ਆ। ਤੇ ਸੁਣਦਿਆਂ ਸੁਣਦਿਆਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਚੌਂਕੜਾ ਲੱਗਾ ਹੋਇਆ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਸਮਾਧੀ ਲੱਗ ਜਾਂਦੀ ਹੈ। ਐਸੇ ਲਿਵਲੀਨ ਹੋ ਜਾਂਦੇ ਆ ਤੇ ਸਾਰੀ ਰਾਤ ਹੀ ਚੌਂਕੜਾ ਲੱਗਾ ਰਹਿੰਦਾ ਹੈ। ਸਮਾਧੀ ਵਿੱਚ ਹੀ ਸਥਿਤ ਹੁੰਦੇ ਆ। ਅਗਲੇ ਦਿਨ ਤੀਕ ਮਹਾਰਾਜ ਸਾਹਿਬ ਜੀ ਦੀ ਸਮਾਧੀ ਲੱਗੀ ਰਹੀ। ਐਸੇ ਪ੍ਰੇਮ ਦੇ ਵਿੱਚ ਮਹਾਰਾਜ ਸਾਹਿਬ ਜੀ ਭਿੱਜ ਜਾਂਦੇ। ਉਹਦਾ ਜ਼ਿਕਰ ਇੱਥੇ ਕੀਤਾ ਹੈ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਬਾਬਾ ਜੀ ਦੀਆਂ ਜੋ ਕਥਾਵਾਂ ਹਨ, ਕਥਾ ਹੈ, ਇਤਿਹਾਸ ਹੈ, ਉਹ ਪੁੱਤਰਾਂ ਵਿੱਚੋਂ ਜੋ ਸ੍ਰੇਸ਼ਟ ਪੁੱਤਰ ਵਾ ਉਹ ਕਰਦੇ ਆ। ਉਹ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀਆਂ। ਉਹਨਾਂ ਨੇ ਪਰਉਪਕਾਰ ਕੀਤਾ। ਕਹਿਣ ਲੱਗੇ ਭਾਈ ਬਾਲਾ ਜੀ ਇਹ ਸਾਰਾ ਇਤਿਹਾਸ ਲਿਖਾ ਦਿੱਤਾ ਜਾਵੇਗਾ ਨਾ ਤੇ ਆਉਣ ਵਾਲੇ ਸਮੇਂ 'ਚ ਜਦੋਂ ਸਿੱਖ ਇਸ ਇਤਿਹਾਸ ਨੂੰ ਪੜ੍ਹਨਗੇ ਸੁਣਨਗੇ ਤੇ ਉਹਨਾਂ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨਾਂ ਦਾ ਹੀ ਫਲ ਪ੍ਰਾਪਤ ਹੋ ਜਾਇਆ ਕਰੇਗਾ। ਜਿੰਨਾ ਦਰਸ਼ਨ ਦਾ ਫਲ ਉਹਨਾਂ ਮਹਾਰਾਜ ਦੇ ਇਤਿਹਾਸ ਸੁਣਨ ਦਾ ਫਲ ਪ੍ਰਾਪਤ ਹੋ ਜਾਇਆ ਕਰੇਗਾ। ਇਹ ਕਿਰਪਾ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੀ। ਉਸੇ ਨੂੰ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਕਿਹਾ ਗਿਆ। ਪੁਰਾਣੇ ਸਮੇਂ 'ਚ ਬਜ਼ੁਰਗ ਘਰਾਂ ਦੇ ਵਿੱਚ ਪੜ੍ਹਿਆ ਕਰਦੇ ਸਨ ਜਨਮ ਸਾਖੀ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਹੁਣ ਵੀ ਭਾਗਾਂ ਵਾਲੇ ਪੜ੍ਹਦੇ ਹਨ। ਉਸੇ ਤੋਂ ਹੀ ਫਿਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ, ਜੋ ਸ਼ਾਮ ਦੇ ਵੇਲੇ ਸਾਧ ਸੰਗਤ ਜੀ ਇਹ ਕਥਾ ਚੱਲ ਰਹੀ ਹੈ। ਤਾਂ ਮਹਾਰਾਜ ਨੇ ਪਰਉਪਕਾਰ ਕੀਤਾ ਹੈ। ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ। ਬਾਣੀਆਂ ਤੋਂ ਭਾਵ ਹੈ ਬਾਬੇ ਜੀ ਦੀਆਂ। ਬਾਬੇ ਤੋਂ ਭਾਵ ਹੈ ਬਜ਼ੁਰਗਾਂ ਦੀਆਂ, ਵੱਡੇ ਵਡੇਰਿਆਂ ਦੀਆਂ, ਆਪਣੇ ਸਤਿਗੁਰੂ ਸਾਹਿਬਾਂ ਦੀਆਂ, ਬਜ਼ੁਰਗਾਂ ਦੀਆਂ ਜੋ ਕਥਾ ਹੈ ਉਹ ਪੁੱਤਰਾਂ ਵਿੱਚੋਂ ਜਿਹੜੇ ਸ੍ਰੇਸ਼ਟ ਪੁੱਤਰ ਹੁੰਦੇ ਆ ਉਹ ਕਰਦੇ। ਕਿਉਂਕਿ ਸ੍ਰੇਸ਼ਟ ਪੁੱਤਰ ਉਹ ਹੈ ਜੋ ਆਪਣੇ ਵੱਡੇ ਵਡੇਰਿਆਂ ਦਾ ਖਜ਼ਾਨਾ ਸਾਂਭ ਕੇ ਰੱਖੇ। ਜਿਹੜਾ ਵੱਡੇ ਵਡੇਰਿਆਂ ਦੇ ਖਜ਼ਾਨੇ ਨੂੰ ਸੰਭਾਲ ਕੇ ਰੱਖੇ ਉਹਨੂੰ ਸ੍ਰੇਸ਼ਟ ਪੁੱਤਰ ਆਖਿਆ ਗਿਆ ਹੈ। ਜਿਹੜਾ ਉਹਦੇ ਵਿੱਚ ਵਾਧਾ ਕਰੇ। ਸੰਸਾਰੀ ਤੌਰ ਤੇ ਕਹਿੰਦੇ ਆ ਨਾ ਕਿ ਇਹ ਫਲਾਣੇ ਸਿੰਘ ਦਾ ਪੁੱਤਰ ਬੜਾ ਚੰਗਾ, ਇਹਨੇ ਆਪਣੇ ਪਿਤਾ ਦੀ ਜ਼ਮੀਨ ਜਾਇਦਾਦ ਸਾਂਭ ਕੇ ਰੱਖੀ ਹੈ, ਘਟਾਈ ਨਹੀਂ, ਸਗੋਂ ਉਹਦੇ ਵਿੱਚ ਵਾਧਾ ਕੀਤਾ। ਤੇ ਕਪੁੱਤਰ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਸਾਂਭ ਕੇ ਵੀ ਨਾ ਰੱਖੇ ਸਗੋਂ ਗਵਾ ਦਵੇ, ਜਿਹੜਾ ਚੇਤਾ ਹੀ ਭੁਲਾ ਦਵੇ ਆਪਣੇ ਵੱਡੇ ਵਡੇਰਿਆਂ ਦੇ ਖਜ਼ਾਨੇ ਦਾ, ਉਹਨੂੰ ਕਪੁੱਤਰ ਆਖਿਆ। ਤੇ ਪੁੱਤਰਾਂ ਵਿੱਚੋਂ ਸੁਪੁੱਤਰ ਜੋ ਹੈ ਉਹ ਆਪਣੇ ਬਜ਼ੁਰਗਾਂ ਦੀਆਂ, ਆਪਣੇ ਸਤਿਗੁਰਾਂ ਦੀਆਂ, ਆਪਣੇ ਬਾਬਿਆਂ ਦੀਆਂ ਕਥਾਵਾਂ ਕਰਦੇ। ਇਸੇ ਪ੍ਰਕਾਰ ਫੇਰ ਇਹ ਪੰਕਤੀ ਪੜੋ ਜੀ। ਜੋ ਬਾਬੇ ਦੀਆਂ, ਸਤਿਗੁਰਾਂ ਦੀਆਂ ਤੇ ਬਾਣੀਆਂ, ਬਾਬੇ ਬਜ਼ੁਰਗਾਂ ਦੀਆਂ ਕਹਾਣੀਆਂ ਜੋ ਕਥਾ ਹਨ, ਜਦੋਂ ਉਹਨਾਂ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਫਿਰ ਉਹ ਬਜ਼ੁਰਗਾਂ ਦੀਆਂ, ਸਤਿਗੁਰਾਂ ਦੀਆਂ ਕਥਾ ਉਹ ਸੁਧਾਰਨ ਪੁੱਤਰਾਂ ਨੂੰ ਵੀ ਸੁਪੁੱਤਰ ਕਰ ਦਿੰਦੀਆਂ ਹਨ। ਜਦੋਂ ਪੁੱਤਰ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਪੜ੍ਹਨ, ਸੁਣਨ, ਮੰਨਣ ਲੱਗ ਪੈਣ ਤੇ ਪੁੱਤਰਾਂ ਨੂੰ ਉਹ ਫਿਰ ਸੁਪੁੱਤਰ ਬਣਾ ਦਿੰਦੀਆਂ ਹਨ, ਸੁਪੁੱਤਰ ਕਰ ਦਿੰਦੀਆਂ ਹਨ, ਸ੍ਰੇਸ਼ਟ ਬਣਾ ਦਿੰਦੀਆਂ। ਜਿਹੜੇ ਸ੍ਰੇਸ਼ਟ ਪੁੱਤਰ ਹੁੰਦੇ ਆ ਮਹਾਰਾਜ ਕਹਿੰਦੇ ਉਹ ਫਿਰ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਦੇ ਆ।
ਜਿਹੜੇ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲਦੇ, ਜੋ ਸਤਿਗੁਰੂ ਜੀ ਨੂੰ ਚੰਗਾ ਲੱਗਦਾ ਹੈ, ਜੋ ਸਤਿਗੁਰੂ ਜੀ ਨੂੰ ਭਾਉਂਦਾ ਹੈ, ਉਹ ਸਤਿਗੁਰੂ ਜੀ ਦੇ ਹੁਕਮ ਨੂੰ, ਉਸ ਨੂੰ ਮੰਨ ਲੈਂਦੇ ਹਨ। ਸ੍ਰੇਸ਼ਟ ਪੁੱਤਰ ਉਹ ਆ ਜੋ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕਰਕੇ ਜੋ ਸਤਿਗੁਰੂ ਜੀ ਕਹਿੰਦੇ ਆ ਉਹ ਕਰਮ ਕਰਦੇ ਆ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੇ ਸਤਿਗੁਰ ਭਾਵੇ ਸੋ ਮੰਨ ਲੈਣ। ਜੋ ਸਤਿਗੁਰੂ ਜੀ ਨੂੰ ਭਾਉਂਦਾ ਹੈ ਆਪਣੇ ਸਿੱਖਾਂ ਤੋਂ ਕਰਾਉਣਾ, ਉਸ ਬਚਨ ਨੂੰ ਮੰਨ ਲੈਂਦੇ ਹਨ, ਉਹੀ ਕਰਮ ਕਰਦੇ ਹਨ, ਮਹਾਰਾਜ ਦੀ ਆਗਿਆ ਵਿੱਚ ਚੱਲਦੇ ਹਨ। ਗੁਰਸਿੱਖ ਮੀਤ ਚੱਲੋ ਗੁਰ ਚਾਲੀ ਵਾਲੀ ਅਵਸਥਾ ਵਿੱਚ ਤੁਰਦੇ ਹਨ। ਮਹਾਰਾਜ ਕਹਿੰਦੇ ਤੀਜੇ ਪਾਤਸ਼ਾਹ ਕਿ ਜਾ ਕੇ ਪੁੱਛ ਲੋ ਭਾਈ, 27 ਸਿਮਰਤੀਆਂ ਤੋਂ, 6 ਸ਼ਾਸਤਰਾਂ ਤੋਂ, ਜਾਏ ਪੁੱਛੋ ਸਿਮਰਿਤ ਸਾਸਤ। ਸਿਮਰਤੀਆਂ ਕੋਲੋਂ ਵੀ ਪੁੱਛ ਲਓ, ਸ਼ਾਸਤਰਾਂ ਕੋਲੋਂ ਵੀ ਪੁੱਛ ਲਓ। ਫਿਰ ਸਿਮਰਤੀਆਂ ਤੇ ਸ਼ਾਸਤਰਾਂ ਨੂੰ ਰਚਨ ਵਾਲੇ ਉਹਨਾਂ ਤੋਂ ਵੀ ਜਾ ਕੇ ਪੁੱਛ ਲਵੋ। ਵਿਆਸ, ਸੁਕ, ਨਾਰਦ, ਵਿਆਸ ਰਿਖੀ ਨੂੰ ਪੁੱਛ ਲਓ, ਵਿਆਸ ਦੇ ਪੁੱਤਰ ਸੁਖਦੇਵ ਮੁਨੀ ਨੂੰ ਪੁੱਛ ਲਓ, ਨਾਰਦ ਨੂੰ ਪੁੱਛ ਲਵੋ। ਇਹਨਾਂ ਸਾਰਿਆਂ ਦੇ ਕੋਲੋਂ ਪੁੱਛ ਲੈਣਾ ਕਰੋ। ਬਚਨ ਸਭ ਸ੍ਰਿਸ਼ਟ ਕਰੇ। ਇਹ ਸਾਰੇ ਜੋ ਆ ਨਾ, ਇਹ ਬਚਨ ਕਰਦੇ ਆ, ਸਾਰੇ ਸ੍ਰੇਸ਼ਟ ਬਚਨ ਕਰਦੇ। ਇਹ ਸਾਰੇ ਇਹ ਗੱਲ ਕਹਿੰਦੇ ਹਨ ਕਿ ਜੋ ਸ੍ਰੇਸ਼ਟ ਪੁੱਤਰ ਵਾ ਉਹ ਹੀ ਆਪਣੇ ਬਜ਼ੁਰਗਾਂ ਦੀ ਕਥਾ ਦੇ ਨਾਲ ਜੁੜਦੇ, ਆਪਣੇ ਬਜ਼ੁਰਗਾਂ ਨੂੰ ਚੇਤੇ ਰੱਖਦੇ ਆ, ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਯਾਦ ਰੱਖਦੇ ਆ, ਆਪਣੇ ਵਡੇਰਿਆਂ ਦੇ ਇਤਿਹਾਸ ਨੂੰ ਸਾਂਭ ਕੇ ਰੱਖਦੇ ਆ। ਉਹ ਸ੍ਰੇਸ਼ਟ ਪੁੱਤਰ ਹੁੰਦੇ ਆ। ਕੌਮ ਉਹੀ ਜਿਉਂਦੀ ਰਹਿੰਦੀ ਹੈ ਜਿਹੜੀ ਆਪਣੇ ਇਤਿਹਾਸ ਨੂੰ ਯਾਦ ਰੱਖਦੀ ਹੈ। ਜਿਹੜੀ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਕਹਿੰਦੇ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ। ਜਿਨ੍ਹਾਂ ਨੇ ਆਪਣਾ ਇਤਿਹਾਸ ਭੁਲਾ ਦਿੱਤਾ ਉਹ ਆਪਣੇ ਆਪ ਹੀ ਸੰਸਾਰ ਦੇ ਤਲ ਤੋਂ ਸਮਾਪਤ ਹੋ ਜਾਂਦੇ ਹਨ। ਇਸੇ ਕਰਕੇ ਸੰਸਾਰ ਦੇ ਵਿੱਚ ਐਸੇ ਵੀ ਕੁਝ ਲੋਕ ਹੁੰਦੇ ਆ ਜਿਹੜੇ ਚਾਹੁੰਦੇ ਹਨ ਕਿ ਇਤਿਹਾਸ ਭੁਲਾਇਆ ਜਾਵੇ, ਗੁਰਬਾਣੀ ਨਾਲੋਂ ਤੋੜਿਆ ਜਾਵੇ, ਗੁਰੂ ਕੇ ਇਤਿਹਾਸ ਨਾਲੋਂ ਤੋੜਿਆ ਜਾਵੇ। ਜਦੋਂ ਇਤਿਹਾਸ ਨਾਲੋਂ ਟੁੱਟਣਗੇ ਫਿਰ ਕਹਿੰਦੇ ਇਹ ਖਤਮ ਹੋਣਗੇ, ਉਸ ਤਰ੍ਹਾਂ ਨਹੀਂ ਇਹ ਖਤਮ ਹੋ ਸਕਦੇ। ਕਿਉਂਕਿ ਇਤਿਹਾਸ ਨੂੰ ਭੁੱਲ ਕਰਕੇ ਆਪਣੇ ਆਪ ਹੀ ਖਤਮ ਹੋ ਜਾਈਦਾ। ਮਹਾਰਾਜ ਸਾਹਿਬ ਕਹਿੰਦੇ ਭਾਵੇਂ ਸਿਮਰਤੀਆਂ ਨੂੰ ਜਾ ਕੇ ਪੁੱਛ ਲਓ, ਸ਼ਾਸਤਰਾਂ ਨੂੰ ਪੁੱਛ ਲਓ, ਵਿਆਸ ਨੂੰ ਪੁੱਛ ਲਓ, ਸੁਖਦੇਵ ਨੂੰ ਪੁੱਛ ਲਓ, ਨਾਰਦ ਮੁਨੀ ਨੂੰ ਪੁੱਛ ਲਓ, ਵਚਨ ਸਭ ਸ੍ਰਿਸ਼ਟ ਕਰੇਨ। ਇਹ ਸਾਰੇ ਸ੍ਰੇਸ਼ਟ ਵਚਨ ਕਰਦੇ ਆ ਵੀ ਸ੍ਰੇਸ਼ਟ ਪੁੱਤਰ ਉਹੀ ਆ ਜਿਹੜੇ ਆਪਣੇ ਬਜ਼ੁਰਗਾਂ ਦੀ ਕਥਾ ਕਰਦੇ, ਆਪਣੇ ਬਜ਼ੁਰਗਾਂ ਦੀ ਕਥਾ ਸੁਣਦੇ ਤੇ ਜੋ ਆਪਣੇ ਸਤਿਗੁਰੂ ਜੀ ਦੇ ਭਾਣੇ ਨੂੰ ਮੰਨਦੇ, ਆਪਣੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦੇ। ਬਚਨ ਸਭ ਸ੍ਰਿਸ਼ਟ ਕਰੇਨ। ਦੂਸਰਾ ਭਾਵ ਹੈ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਹੀ ਜਿਹੜੇ ਸ਼ੁਭ ਪਵਿੱਤਰ ਲੋਕ ਹਨ ਉਹ ਇਹ ਸ਼ੁਭ ਬਚਨ ਕਰਦੇ ਹਨ। ਸੱਚਾ ਫਿਰ ਪੜੋ। ਸੋ ਸੱਚਾ ਲਾਏ। ਸੋ ਇਹ ਬਚਨ ਉਹ ਸਾਰੇ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਸੱਚ ਦੇ ਨਾਲ ਲਾਇਆ ਹੈ ਉਹੀ ਸੱਚ ਦੇ ਨਾਲ ਲੱਗੇ ਹਨ। ਜਿਨ੍ਹਾਂ ਨੂੰ ਸੱਚਾ ਲਾਏ, ਸੱਚੇ ਨਾਮ ਦੇ ਨਾਲ ਲਾਉਣਾ ਕੀਤਾ ਹੈ, ਸੱਚੇ ਉਪਦੇਸ਼ ਦੇ ਨਾਲ ਲਾਉਣਾ ਕੀਤਾ, ਉਹ ਜੀਵ ਸੱਚ ਦੇ ਨਾਲ ਲੱਗੇ ਜੁੜੇ ਹਨ। ਉਹ ਫਿਰ ਜੀਵ ਸਦਾ ਵਾਸਤੇ ਸੱਚ ਨੂੰ ਸੰਭਾਲਦੇ ਹਨ, ਸੱਚ ਨੂੰ ਹਿਰਦੇ ਵਸਾਉਂਦੇ ਹਨ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਜਿਹੜੇ ਸੱਚ ਨਾਲ ਜੁੜ ਗਏ, ਆਏ ਹੋਏ ਸੰਸਾਰ ਦੇ ਵਿੱਚ ਉਹ ਪ੍ਰਵਾਨ ਹੋਏ ਹਨ। ਜਿਹੜੇ ਫਿਰ ਸੱਚ ਨਾਲ ਜੁੜ ਕਰਕੇ ਆਪ ਤਾਂ ਤਰਦੇ ਹੀ ਆ, ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦੇ। ਜੇ ਸਗਲੇ ਕੁਲ ਤਾਰੇਨ, ਜਿਹੜੇ ਸਾਰੀਆਂ ਆਪਣੀਆਂ ਕੁਲਾਂ ਨੂੰ ਤਾਰ ਲੈਂਦੇ ਹਨ। ਸਾਰੀਆਂ ਕੁਲਾਂ ਤੋਂ ਇਹ ਵੀ ਭਾਵ ਗੁਰਮੁਖਾਂ ਨੇ ਦਿੱਤਾ ਹੈ ਵੀ ਜਿਹੜੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਆਉਂਦੇ, ਉਹਨਾਂ ਦੇ ਉੱਤੇ ਭਾਵਨਾ ਰੱਖਦੇ, ਸ਼ਰਧਾ ਰੱਖਦੇ,
ਭਰੋਸਾ ਰੱਖਦੇ, ਬਚਨ ਮੰਨਦੇ, ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਉਹ ਸਾਰੇ ਜਿਹੜੇ ਉਹ ਤਰ ਜਾਂਦੇ, ਜਿਹੜੇ ਭਾਵਨਾ ਰੱਖਦੇ ਉਹ ਸਾਰੀਆਂ ਕੁਲਾਂ ਤਰ ਜਾਂਦੀਆਂ ਹਨ। ਅਗਲੇ ਸ਼ਲੋਕ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹੋਰ ਖੁਲਾਸਾ ਕਰਦੇ ਹਨ। ਗੁਰੂ ਜਿਨ੍ਹਾਂ ਕਾ ਅੰਧਲਾ, ਮਹਾਰਾਜ ਕਹਿੰਦੇ ਜਿਨ੍ਹਾਂ ਦਾ ਗੁਰੂ ਹੀ ਅੰਧਲਾ ਹੈ, ਜਿਨ੍ਹਾਂ ਦਾ ਗੁਰੂ ਹੀ ਅਗਿਆਨੀ ਹੈ, ਜਿਨ੍ਹਾਂ ਦੇ ਗੁਰੂ ਦੀਆਂ ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈ, ਜਿਨ੍ਹਾਂ ਦੇ ਗੁਰੂ ਦੇ ਮਨ ਤੇ ਬੁੱਧ ਰੂਪੀ ਅੱਖਾਂ ਦੇ ਵਿੱਚ ਗਿਆਨ ਦੀ ਨਿਗਾਹੀ ਨਹੀਂ ਹੈ, ਜਿਨ੍ਹਾਂ ਦਾ ਗੁਰੂ ਹੀ ਅਗਿਆਨੀ ਹੈ, ਸਿੱਖ ਵੀ ਅੰਧੇ ਕਰਮ ਕਰੇਨ, ਤੇ ਉਸ ਅੰਧੇ ਗੁਰੂ ਦੇ ਅੰਧੇ ਸਿੱਖ ਫਿਰ ਅੰਧੇ ਹੀ ਕੰਮ ਕਰਦੇ। ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਉਹ ਫਿਰ ਅੰਨੇ ਗੁਰੂ ਦੇ ਸਿੱਖ ਵੀ ਅੰਨੇ ਹੀ ਹਨ। ਮਹਾਰਾਜ ਨੇ ਧੱਦੇ ਨਾਲ ਆਖਿਆ, ਇਹ ਅਰਥ ਤੇ ਨੰਨੇ ਨਾਲ ਹੀ ਬਣੇਗਾ। ਆਪਾਂ ਸਿੱਧਾ ਅੰਨਾ ਹੀ ਕਹਿੰਦੇ ਆ ਆਮ ਬੋਲੀ ਦੇ ਵਿੱਚ। ਮਹਾਰਾਜ ਸਾਹਿਬ ਜੀ ਨੇ ਅੰਧਲਾ ਆਖਿਆ ਹੈ। ਸਿੱਖ ਵੀ ਅੰਧੇ, ਸਿੱਖ ਵੀ ਅਗਿਆਨੀ ਗੁਰੂ ਦੇ, ਅੰਧਲੇ ਗੁਰੂ ਦੇ ਸਿੱਖ ਵੀ ਅੰਧੇ ਹੀ ਆ। ਤੇ ਫਿਰ ਅੰਧੇ ਕਰਮ ਕਰੇਨ, ਅਗਿਆਨਤਾ ਵਾਲੇ ਅੰਨੇ ਕਰਮ ਹੀ ਕਰਦੇ ਹੋ। ਅਗਿਆਨਤਾ ਦੀ ਕਾਲੀ ਬੋਲੀ ਰਾਤ ਦੇ ਵਿੱਚ ਹੀ ਵਿਚਰਦੇ, ਅਗਿਆਨਤਾ ਦੇ ਵਿੱਚ ਹੀ ਅੰਨੇ ਕਰਮ ਹੀ ਕਰਦੇ। ਗੁਰੂ ਵੀ ਅੰਧਲਾ ਹੈ ਤੇ ਸਿੱਖ ਵੀ ਅਗਿਆਨੀ ਗੁਰੂ ਦੇ ਅੰਧਲੇ ਹੀ ਹਨ, ਤੇ ਅੰਧਲੇ ਕਰਮ ਹੀ ਕਰਦੇ ਅਗਿਆਨ ਦੇ ਵਿੱਚ ਹੀ। ਓਏ ਓਏ ਭਾਣੇ ਚੱਲਣ ਆਪਣ, ਮਹਾਰਾਜ ਕਹਿੰਦੇ ਉਹ ਜਿਹੜੇ ਅਗਿਆਨੀ ਗੁਰੂ ਦੇ ਅਗਿਆਨੀ ਚੇਲੇ ਆ ਨਾ, ਅੰਧੇ ਗੁਰੂ ਦੇ ਅੰਧੇ ਸਿੱਖ, ਉਹ ਆਪਣੇ ਭਾਣੇ ਵਿੱਚ ਹੀ ਚੱਲਦੇ, ਉਹ ਆਪਣੀ ਮਨਪਸੰਦੀ ਕਰਦੇ। ਕਹਿੰਦੇ ਜੋ ਸਾਡਾ ਮਨ ਚਾਹੁੰਦਾ ਉਹ ਖਾਵਾਂਗੇ, ਜੋ ਸਾਡਾ ਮਨ ਕਹਿੰਦਾ ਉਹ ਪੀਵਾਂਗੇ, ਜੋ ਸਾਡਾ ਮਨ ਕਹਿੰਦਾ ਉਸੇ ਤਰ੍ਹਾਂ ਦੇ ਵਸਤਰ ਪਾਵਾਂਗੇ, ਜੋ ਸਾਡਾ ਮਨ ਕਹਿੰਦਾ ਉਸੇ ਤਰ੍ਹਾਂ ਵੇਖਾਂਗੇ, ਉਹ ਕੁਝ ਸੁਣਾਂਗੇ, ਉਹ ਕੁਝ ਉਧਰ ਨੂੰ ਚੱਲਾਂਗੇ। ਪਰ ਪੂਰੇ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਇਹ ਦਿੱਤੀ ਹੈ, ਜੋ ਮਨ ਕਹਿੰਦਾ ਉਹ ਨਹੀਂ ਕਰਨਾ, ਜੋ ਗੁਰੂ ਕਹਿੰਦਾ ਉਹ ਕਰਨਾ। ਮਨ ਤਾਂ ਮਹਾਰਾਜ ਕਹਿੰਦੇ ਬੜੀਆਂ ਛੜੀਆਂ ਮਾਰਦਾ, ਬੜੀਆਂ ਚਲਾਕੀਆਂ ਕਰਦਾ, ਮਨ ਤੇ ਭੱਜਾ ਫਿਰਦਾ। ਮਨ ਨੂੰ ਤੇ ਰੋਕਣਾ ਹੈ, ਮਨ ਦੇ ਤਾਂ ਸਾਰੇ ਪਵਾੜੇ ਆ, ਮਨ ਤੇ ਮੰਨਦਾ ਹੀ ਨਹੀਂ ਹੈ। ਮਨ ਨੂੰ ਹੀ ਤਾਂ ਜਿੱਤਣਾ ਹੈ। ਮਹਾਰਾਜ ਸਾਹਿਬ ਨੇ ਆਖਿਆ ਨਹੀਂ, ਅਗਿਆਨੀ ਗੁਰੂ ਤੇ ਅਗਿਆਨੀ ਗੁਰੂ ਦੇ ਅਗਿਆਨੀ ਜਿਹੜੇ ਚੇਲੇ ਆ ਉਹ ਮਨ ਦੇ ਪਿੱਛੇ ਲੱਗਦੇ ਆ, ਜਿਹੜੇ ਪੂਰੇ ਗੁਰੂ ਦੇ ਸਿੱਖ ਆ ਉਹ ਮਨ ਨੂੰ ਆਪਣੇ ਪਿੱਛੇ ਲਾਉਂਦੇ ਆ। ਉਹ ਮਨ ਦੇ ਪਿੱਛੇ ਨਹੀਂ ਲੱਗਦੇ, ਉਹ ਮਨ ਨੂੰ ਕਾਬੂ ਕਰਦੇ, ਉਹ ਮਨ ਨੂੰ ਮਾਰ ਦਿੰਦੇ, ਉਹ ਮਨ ਦੇ ਉੱਤੇ ਮਨ ਦੀ ਸਵਾਰੀ ਕਰਦੇ, ਮਨ ਦੇ ਮਗਰ ਨਹੀਂ ਉਹ ਚੱਲਦੇ, ਮਨ ਨੂੰ ਆਪਣੇ ਪਿੱਛੇ ਤੋਰਦੇ ਆ ਕਿ ਤੂੰ ਇਧਰ ਨੂੰ ਆ। ਜੋ ਗੁਰੂ ਸਾਹਿਬ ਦੀ ਸਿੱਖਿਆ ਹੈ ਤੂੰ ਗੁਰੂ ਕੀ ਆਗਿਆ ਦੇ ਵਿੱਚ ਚੱਲ। ਉਹਨਾਂ ਨੂੰ ਫਿਰ ਆਖਿਆ ਹੈ ਗੁਰਮੁਖ, ਉਹਨਾਂ ਨੂੰ ਆਖਿਆ ਹੈ ਕਿ ਇਹਨਾਂ ਗੁਰਮੁਖਾਂ ਨੇ ਮਨ ਨੂੰ ਮਾਰ ਦਿੱਤਾ। ਮਨ ਨੂੰ ਮਾਰ ਕੇ ਦਿੱਤਾ, ਮਨ ਦੇ ਵਿੱਚ ਜਿਹੜੀ ਭੈੜੀ ਮੱਤ ਸੀ ਉਹਨੂੰ ਮਾਰ ਦਿੱਤਾ, ਮਨ ਵਿੱਚ ਜੋ ਦੁਰਮਤ ਸੀ, ਖੋਟੀ ਮੱਤ ਸੀ, ਉਹਨੂੰ ਨਾਸ਼ ਕਰ ਦਿੱਤਾ। ਮਨ ਦੇ ਭੈੜੇ ਖਿਆਲ ਮਾਰ ਦਿੱਤੇ। ਗੁਰੂ ਕੇ ਉਪਦੇਸ਼ ਨਾਲ, ਗੁਰੂ ਕੀ ਬਾਣੀ ਦਾ ਅਭਿਆਸ ਕਰਕੇ ਉਹਨਾਂ ਨੂੰ ਗੁਰਮੁਖ ਆਖਿਆ। ਗੁਰਮੁਖੀ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ। ਗੁਰੂ ਕੇ ਸ਼ਬਦ ਦੀ ਕਸਵੱਟੀ ਨਾਲ ਗੁਰਮੁਖਾਂ ਨੇ ਆਪਣੇ ਮਨ ਦੇ ਮੰਦੇ ਸੁਭਾਅ ਨੂੰ ਮਾਰਿਆ। ਮਨ ਜੀਤੈ ਜਗ ਜੀਤ, ਮਨ ਨੂੰ ਜਿੱਤਣਾ ਹੀ ਜਗ ਨੂੰ ਜਿੱਤਣਾ। ਪਰ ਇਹ ਪੂਰੇ ਗੁਰੂ ਦੇ ਸਿੱਖ ਕਰਦੇ ਹਨ। ਜਿਹੜੇ ਅਗਿਆਨੀ ਅੰਧਲੇ ਗੁਰੂ ਦੇ ਅੰਧਲੇ ਸਿੱਖ ਆ, ਮਹਾਰਾਜ ਸਾਹਿਬ ਜੀ ਕਹਿੰਦੇ ਉਹ ਤਾਂ ਆਪਣੀ ਮਨਮਰਜ਼ੀ ਕਰਦੇ, ਆਪਣੇ ਭਾਣੇ ਵਿੱਚ ਚੱਲਦੇ। ਉਹ ਇਹ ਭਾਣਾ ਚੱਲਣ ਆਪਣਾ, ਉਹ ਆਪਣੀ ਮਨਮਰਜ਼ੀ ਵਿੱਚ ਚੱਲਦੇ ਹਨ। ਉਹ ਨਿਤਾ ਪ੍ਰਤੀ ਝੂਠੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਝੂਠ ਹੀ ਬੋਲੀ ਜਾਂਦੇ, ਕਿਉਂਕਿ ਉਹਨਾਂ ਦਾ ਅੰਨਾ ਗੁਰੂ ਵੀ ਝੂਠ ਬੋਲਦਾ ਹੈ ਤੇ ਅੰਨੇ ਗੁਰੂ ਦੇ ਅੰਨੇ ਸਿੱਖ ਵੀ ਝੂਠ ਹੀ ਬੋਲਦੇ। ਝੂਠੇ ਪਦਾਰਥਾਂ ਵਾਸਤੇ ਵੱਡੇ ਵੱਡੇ ਝੂਠ ਬੋਲ ਦਿੰਦੇ, ਵੱਡੇ ਵੱਡੇ ਝੂਠ। ਕਹਿੰਦੇ ਵੀ ਸਾਨੂੰ ਤਾਂ ਪ੍ਰਲੋਕ ਦੀ ਵੀ ਸੋਝੀ ਹੈ, ਸਾਨੂੰ ਤਾਂ ਤਰਲੋਕੀ ਦੀ ਵੀ ਸੋਝੀ ਹੈ, ਅਸੀਂ ਤੇ ਇਸ ਤਰ੍ਹਾਂ ਦਾ ਪ੍ਰਕਾਸ਼ ਵਿਖਾ ਦਿੰਨੇ, ਸਾਨੂੰ ਐਸੀ ਸੋਝੀ ਹੈ। ਮਹਾਰਾਜ ਕਹਿੰਦੇ ਨਿਤ ਝੂਠੋ ਝੂਠ ਬੋਲੇ, ਪੱਲੇ ਕੱਖ ਨਹੀਂ, ਨਿਤਾ ਪ੍ਰਤੀ ਝੂਠ ਹੀ ਝੂਠ ਬੋਲਦੇ ਹਨ। ਉਹ ਕੂੜ ਝੂਠ ਬੋਲ ਕਰਕੇ
ਤੇ ਕੂੜ ਨੂੰ ਹੀ ਕਮਾਉਂਦੇ ਆ। ਕੁਸੱਤ ਉਹ ਖੋਟਾ ਹੱਠ ਕਮਾਉਂਦੇ ਆ, ਖੋਟੇ ਹੱਠ ਨੂੰ ਛੱਡਦੇ ਨਹੀਂ ਹਨ। ਪਰ ਨਿੰਦਾ ਸਦਾ ਕਰੀਨ, ਤੇ ਪਰਾਏ ਦੀ ਸਦਾ ਵਾਸਤੇ ਨਿੰਦਿਆ ਹੀ ਕਰਦੇ ਰਹਿੰਦੇ, ਦੂਜਿਆਂ ਦੀ ਨਿੰਦਿਆ ਹੀ ਕਰਦੇ ਰਹਿੰਦੇ, ਕਿਉਂਕਿ ਉਹ ਅਗਿਆਨੀ ਗੁਰੂ ਤੇ ਅਗਿਆਨੀ ਗੁਰੂ ਦੇ ਅਗਿਆਨੀ ਸਿੱਖ, ਉਹਨਾਂ ਨੇ ਸਿੱਖਿਆ ਹੀ ਇਹ ਹੈ ਵੀ ਪਰਾਏ ਦੀ, ਦੂਸਰਿਆਂ ਦੀ ਨਿੰਦਾ ਕਰਾਂਗੇ, ਦੂਸਰਿਆਂ ਨੂੰ ਮਾੜਾ ਕਵਾਂਗੇ ਤੇ ਇਹਦੇ ਵਿੱਚ ਕਹਿੰਦੇ ਆਪਣੀ ਸੋਭਾ ਬਣੇਗੀ, ਇਹਦੇ ਵਿੱਚ ਆਪਣੀ ਬੱਲੇ ਬੱਲੇ ਹੋਵੇਗੀ। ਇਸ ਕਰਕੇ ਉਹ ਹਰ ਵੇਲੇ ਪਰਾਇਆਂ ਦੀ ਨਿੰਦਿਆ ਹੀ ਕਰਦੇ ਰਹਿੰਦੇ, ਦੂਜਿਆਂ ਨੂੰ ਨੀਵਾਂ ਵਿਖਾਉਣ ਦਾ ਹੀ ਯਤਨ ਕਰਦੇ ਰਹਿੰਦੇ। ਪਰ ਮਹਾਰਾਜ ਸਾਹਿਬ ਕਹਿੰਦੇ ਵੀ ਨਿੰਦਿਆ ਕਰਨ ਵਾਲੇ ਦਾ ਮੂੰਹ ਕਾਲਾ ਹੁੰਦਾ। ਨਿੰਦਾ ਤੇ ਮਹਾਰਾਜ ਕਹਿੰਦੇ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਭਾਈ। ਸੱਚ ਨੂੰ ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ ਹੈ। ਗਾਂ ਨੂੰ ਗਾਂ ਕਹਿ ਦੇਣਾ ਉਹਦੀ ਨਿੰਦਿਆ ਨਹੀਂ, ਭੇਡ ਨੂੰ ਭੇਡ ਕਹਿ ਦੇਣਾ ਉਹਦੀ ਨਿੰਦਿਆ ਨਹੀਂ, ਫੁੱਲ ਨੂੰ ਫੁੱਲ ਕਹਿ ਦੇਣਾ, ਕੰਡੇ ਨੂੰ ਕੰਡਾ ਕਹਿ ਦੇਣਾ ਉਹਦੀ ਨਿੰਦਿਆ ਨਹੀਂ, ਉਹ ਤਾਂ ਸੱਚਾਈ ਹੁੰਦੀ ਹੈ। ਪਰ ਫੁੱਲ ਨੂੰ ਕੰਡਾ ਕਹਿ ਦੇਣਾ ਉਹਦੀ ਨਿੰਦਿਆ, ਗਾਂ ਨੂੰ ਭੇਡ ਕਹਿ ਦੇਣਾ ਉਹਦੀ ਨਿੰਦਿਆ, ਭੇਡ ਨੂੰ ਗਊ ਕਹਿ ਦੇਣਾ ਉਹਦੀ ਖੁਸ਼ਾਮਦੀ ਹੈ, ਉਹਦੀ ਉਸਤਤੀ ਹੈ। ਇੱਕ ਸੱਚੀ ਉਸਤਤੀ ਹੁੰਦੀ ਹੈ, ਇੱਕ ਫੋਕੀ ਉਸਤਤੀ ਹੁੰਦੀ ਹੈ, ਝੂਠੀ ਉਸਤਤੀ। ਇੱਕ ਸਚਾਈ ਹੈ ਤੇ ਇੱਕ ਨਿੰਦਿਆ ਹੈ। ਘਟਾ ਕੇ ਕਹਿਣਾ ਨਿੰਦਿਆ ਹੈ, ਵਧਾ ਕੇ ਕਹਿਣਾ ਖੁਸ਼ਾਮਦ ਹੈ। ਤੇ ਜਿਹੋ ਜਿਹਾ ਹੈ ਉਹ ਜਿਹਾ ਕਹਿ ਦੇਣਾ ਉਹ ਸਚਾਈ ਹੈ। ਮਹਾਰਾਜ ਸਾਹਿਬ ਕਹਿੰਦੇ ਵੀ ਉਹ ਜਿਹੜੇ ਅੰਨੇ ਗੁਰੂ ਦੇ ਅੰਨੇ ਸਿੱਖ ਆ ਨਾ, ਅਗਿਆਨੀ, ਅਗਿਆਨਤਾ ਕਰਕੇ ਉਹ ਸਦਾ ਵਾਸਤੇ ਪਰਾਇਆਂ ਦੀ ਨਿੰਦਿਆ ਹੀ ਕਰਦੇ ਰਹਿੰਦੇ ਆ। ਤੇ ਨਿੰਦਿਆ ਕਰਨ ਵਾਲਾ ਆਪ ਵੀ ਡੁੱਬਦਾ ਤੇ ਹੋਰਨਾਂ ਨੂੰ ਵੀ ਡੁੱਬਦਾ ਹੈ। ਪਰ ਨਿੰਦਾ ਸਦਾ ਕਰੇਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤਾਂ ਇਹ ਸਿੱਖਿਆ ਦਿੱਤੀ ਹੈ, ਪਰ ਤ੍ਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੇ ਜਾਣੈ ਆਪਸ ਕਉ ਮੰਦਾ। ਕੰਨਾਂ ਨਾਲ ਕਿਸੇ ਦੀ ਨਿੰਦਿਆ ਸੁਣੇ ਵੀ ਨਾ ਤੇ ਰਸਨਾ ਨਾਲ ਕਿਸੇ ਦੀ ਨਿੰਦਿਆ ਕਰੇ ਵੀ ਨਾ। ਜਿਹੜਾ ਨਿੰਦਿਆ ਕਰਨ ਵਾਲਾ ਹੈ ਤੇ ਨਿੰਦਿਆ ਸੁਣਨ ਵਾਲਾ ਹੈ ਨਾ, ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਜਪ ਤਪ ਕਰ ਲਵੇ ਉਹਦਾ ਨਾਲੋਂ ਨਾਲ ਹੀ ਬਰਾਬਰ ਹੋਈ ਜਾਂਦਾ ਹਿਸਾਬ ਕਿਤਾਬ। ਇੱਕ ਪਾਸੇ ਉਹ ਭਾਵੇਂ 68 ਤੀਰਥਾਂ ਦੇ ਇਸ਼ਨਾਨ ਕਰ ਲਵੇ, ਚੁਰਸਤੇ ਵਿੱਚ ਖੂਹ ਲਵਾ ਦੇਵੇ ਵੀ ਲੋਕ ਪਾਣੀ ਪੀ ਪੀ ਕੇ ਜਾਣਗੇ, ਹੋਰ ਕਈ ਤਰ੍ਹਾਂ ਦੇ ਉਹ ਸ੍ਰੇਸ਼ਟ ਸਾਧਨ ਕਰ ਲਵੇ, ਪਰ ਨਿੰਦਿਆ ਕਰੇ ਤੇ ਨਿੰਦਿਆ ਸੁਣੇ ਤੇ ਉਹਦਾ ਸਾਰਾ ਕੁਝ ਕੀਤਾ ਹੋਇਆ ਪੁੰਨਦਾਨ ਜਿਹੜਾ ਉਹ ਖੂਹ ਖਾਤੇ ਪੈ ਜਾਂਦਾ, ਸਭ ਨਿਸਫਲ ਹੋ ਜਾਂਦਾ ਹੈ। ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪ ਤਟਾ ਦੇ ਵਾਵੇ, ਕਰੈ ਨਿੰਦ ਸਭ ਬਿਰਥਾ ਜਾਵੇ। ਨਿੰਦਿਆ ਕਰਨ ਵਾਲੇ ਦਾ ਸਭ ਪੁੰਨਦਾਨ, ਸਭ ਕੁਝ ਜਪ ਤਪ ਵਿਅਰਥ ਚਲੇ ਜਾਂਦਾ। ਸਧਾਰਨ ਵਿਅਕਤੀ ਦੀ ਨਿੰਦਿਆ ਕਰਨ ਵਾਲੇ ਦਾ ਹੀ ਸਭ ਕੁਝ ਨਾਸ ਹੋ ਜਾਂਦਾ। ਤੇ ਜੇ ਕੋਈ ਉੱਤਮ ਪੁਰਸ਼ ਦੀ ਨਿੰਦਿਆ ਕਰੇ, ਕਿਉਂਕਿ ਇੱਕ ਸਧਾਰਨ ਵਿਅਕਤੀ ਹੁੰਦੇ, ਇੱਕ ਸਧਾਰਨਾਂ ਵਿੱਚੋਂ ਵਿਸ਼ੇਸ਼ ਵੀ ਹੁੰਦੇ ਆ, ਜਿਹੜੇ ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ, ਜਪ ਕਰਨ ਵਾਲੇ, ਤਪ ਕਰਨ ਵਾਲੇ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਆਖਿਆ ਹੈ ਭਗਤ, ਸੰਤ, ਗੁਰਮੁਖ, ਮਹਾਂਪੁਰਖ, ਸਤਿਗੁਰ ਸੇਵਹਿ ਸੇ ਮਹਾਂਪੁਰਖ ਸੰਸਾਰੇ। ਜਿਹੜੇ ਸਤਿਗੁਰਾਂ ਦੀ ਸੇਵਾ ਕਰਦੇ ਆ, ਮਹਾਰਾਜ ਕਹਿੰਦੇ ਸੰਸਾਰ ਵਿੱਚ ਉਹ ਮਹਾਂਪੁਰਖ ਹਨ। ਉਹਨਾਂ ਸੰਤਾਂ ਭਗਤਾਂ ਦੀ ਨਿੰਦਿਆ ਕਰਨ ਦਾ ਤੇ ਵੱਡਾ ਭਾਰੀ ਗੁਨਾਹ ਹੈ। ਭਗਤ ਰਵਿਦਾਸ ਸਾਹਿਬ ਜੀ ਨੇ ਆਖਿਆ ਵੀ ਨਿੰਦਾ ਤੇ ਸਧਾਰਨ ਵਿਅਕਤੀ ਦੀ ਬੜੀ ਮਾੜੀ ਹੈ, ਬਹੁਤ ਵੱਡਾ ਅਵਗਣ ਹੈ। ਪਰ ਜੇ ਕੋਈ ਸਾਧੂ ਦੀ ਨਿੰਦਿਆ ਕਰਦਾ ਹੈ, ਸਾਧ ਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਨਰਕ ਹੀ ਪਰੈ। ਜ਼ਰੂਰ ਜਾਣੋ ਵੀ ਸਾਧੂ ਦਾ ਨਿੰਦਕ ਤਾਂ ਨਰਕਾਂ 'ਚ ਹੀ ਜਾ ਕੇ ਪੈਂਦਾ, ਨਰਕਾਂ ਤੋਂ ਉਹਦੇ ਵਾਸਤੇ ਥਾਂ ਟਿਕਾਣਾ ਹੀ ਕੋਈ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਨਿੰਦਿਆ ਕਰਨ ਵਾਲੇ ਦਾ ਮੂੰਹ ਕਾਲਾ ਵੀ ਹੁੰਦਾ ਹੈ ਤੇ ਘੋਰ ਭਿਆਨਕ ਨਰਕਾਂ ਵਿੱਚ ਨਿੰਦਿਆ ਕਰਨ ਵਾਲੇ ਨੂੰ ਪੈਣਾ ਪੈਂਦਾ ਹੈ। ਨਿੰਦਾ ਭਲੇ ਕਿਸੈ ਕੇ ਨਾਹੀ, ਨਿੰਦਾ ਭਲੇ ਕਿਸੈ ਕੇ ਨਾਹੀ, ਨਿੰਦਾ ਕਿਸੇ ਕੀ ਨਾਹੀ, ਨਿੰਦਾ ਭਲੇ ਕਿਸੇ ਕੀ ਨਾਹੀ, ਨਿੰਦਾ ਭਲੇ ਕਿਸੈ ਕੀ ਨਾਹੀ, ਨਿੰਦਾ ਭਲੇ ਕਿਸੈ ਕੀ ਨਾਹੀ, ਨਿੰਦਾ ਭਲੇ ਕਿਸੇ ਕੀ ਨਾਹੀ, ਨਿੰਦਾ
ਨਿੰਦਾ ਭਲੇ ਕਿਸੇ ਕੀ ਨਾਹੀ। ਮਨਮੁਖ ਮੁਗਧ ਕਰਨ, ਮਨਮੁਖ ਮੁਗਧ ਕਰਨ, ਮਨਮੁਖ ਮੁਗਧ ਕਰਨ, ਮਨਮੁਖ ਮੁਗਧ ਕਰਨ। ਮੋਹ ਕਾਲੇ ਤਿਨ ਨਿੰਦਕਾ, ਮੋਹ ਕਾਲੇ ਤਿਨ ਨਿੰਦਕਾ, ਮੋਹ ਕਾਲੇ ਤਿਨ ਨਿੰਦਕਾ, ਮੋਹ ਕਾਲੇ ਤਿਨ ਨਿੰਦਕਾ। ਨਰਕੇ ਘੋਰ ਪਵਨ, ਨਰਕੇ ਘੋਰ ਪਵਨ, ਨਰਕੇ ਘੋਰ ਪਵਨ, ਨਰਕੇ ਘੋਰ ਪਵਨ। ਮਹਾਰਾਜ ਕਹਿੰਦੇ ਭਿਆਨਕ ਨਰਕ ਵਿੱਚ ਉਹਨੂੰ ਪੈਣਾ ਪੈਂਦਾ ਹੈ, ਤੇ ਉਹ ਮਨਮੁਖ ਤੇ ਮੁਗਧ ਹੈ। ਉਹ ਮਨਮਰਜ਼ੀ ਕਰਨ ਵਾਲਾ ਮੂਰਖ ਹੈ, ਨਿੰਦਿਆ ਕਰਨ ਵਾਲਾ। ਪਰ ਸੰਸਾਰ ਦੇ ਵਿੱਚ ਜੀਵਾਂ ਨੂੰ ਨਿੰਦਾ ਮਿੱਠੀ ਬੜੀ ਲੱਗਦੀ, ਚੰਗੀ ਬੜੀ ਲੱਗਦੀ। ਉਹਨਾਂ ਸਮਾਂ ਨਾਮ ਜਪਣ ਤੇ ਨਹੀਂ ਜੀਵ ਲਾਉਂਦਾ, ਉਹਨਾਂ ਸਮਾਂ ਬਾਣੀ ਪੜ੍ਹਨ ਤੇ ਨਹੀਂ ਲਾਉਂਦਾ, ਉਹਨਾਂ ਸਮਾਂ ਚੌਂਕੜਾ ਲਾ ਕੇ ਸੰਗਤ ਕਰਨ ਵਿੱਚ ਨਹੀਂ ਲਾਉਂਦਾ, ਜਿੰਨਾ ਸਮਾਂ ਨਿੰਦਿਆ ਕਰਨ ਵਿੱਚ ਤੇ ਨਿੰਦਿਆ ਸੁਣਨ ਵਿੱਚ ਲਾਉਂਦਾ। ਫਿਰ ਅਸਰ ਕਿਹਦਾ ਹੋਵੇਗਾ? ਜਿਹਦੇ ਪਾਸੇ ਜ਼ਿਆਦਾ ਸਮਾਂ ਲਾਇਆ ਉਹਨੇ ਮਨ ਤੇ ਅਸਰ ਕਰਨਾ। ਜੇ ਜ਼ਿਆਦਾ ਸਮਾਂ ਸੰਗਤ ਕੀਤੀ, ਜ਼ਿਆਦਾ ਸਮਾਂ ਨਾਮ ਜਪਿਆ, ਜ਼ਿਆਦਾ ਸਮਾਂ ਨਿਤਨੇਮ ਕੀਤਾ, ਬਾਣੀ ਪੜ੍ਹੀ, ਤੇ ਉਹਦਾ ਮਨ ਤੇ ਅਸਰ ਹੋਵੇਗਾ। ਤੇ ਜੇ ਬਾਣੀ ਤਾਂ ਪੜ੍ਹੀ 15 ਮਿੰਟ ਜਪਜੀ ਸਾਹਿਬ ਕੱਲਾ, ਤੇ ਨਿੰਦਿਆ ਕੀਤੀ 2.5 ਘੰਟੇ, ਤੇ ਫਿਰ ਅਸਰ ਕਿਹਦਾ ਹੋਵੇਗਾ? ਉਸੇ ਦਾ ਹੋਵੇਗਾ। ਇਸ ਕਰਕੇ ਘੱਟੋ ਘੱਟ ਇੰਨਾ ਕੁ ਨਿਯਮ ਤੇ ਬੰਦਾ ਬਣਾ ਲੇ ਵੀ ਜਿੰਨਾ ਚਿਰ ਗੁਰੂ ਦੇ ਘਰ ਵਿੱਚ ਆਉਣਾ ਹੈ, ਗੁਰੂ ਘਰ ਦੀ ਚਾਰ ਦੀਵਾਰੀ ਵਿੱਚ ਰਹਿਣਾ ਹੈ, ਉਹਨਾਂ ਚਿਰ ਨਾ ਕਿਸੇ ਦੀ ਨਿੰਦਿਆ ਕਰਨੀ ਤੇ ਨਾ ਕਿਸੇ ਦੀ ਨਿੰਦਿਆ ਸੁਣਨੀ। ਸਿਰਫ ਨਾਮ ਵੱਲੇ, ਬਾਣੀ ਵੱਲੇ, ਸੇਵਾ ਵੱਲੇ, ਸਿਮਰਨ ਵੱਲੇ ਧਿਆਨ ਦੇਣਾ, ਤੇ ਨਿੰਦਿਆ ਵੱਲੇ ਨਹੀਂ ਦੇਣਾ। ਤੇ ਗੁਰਬਾਣੀ ਵਿੱਚ ਨਿੰਦਕ ਦਾ ਜ਼ਿਕਰ ਕਰਦਿਆਂ ਹੋਇਆਂ ਤੇ ਮਹਾਰਾਜ ਨੇ ਖੁਲਾਸਾ ਹੀ ਬੜਾ ਜ਼ਿਆਦਾ ਕੀਤਾ। ਸਤਿਗੁਰੂ ਕਹਿੰਦੇ ਚੋਰ ਵੀ ਮਾੜਾ ਹੈ, ਚੋਰੀ ਕਰਨ ਵਾਲਾ, ਯਾਰ ਵੀ ਮਾੜਾ ਹੈ, ਜੂਆਰੀਆ ਜੂਆ ਖੇਲਣ ਵਾਲਾ ਵੀ ਮਾੜਾ ਹੈ, ਪਰ ਇਹਨਾਂ ਤਿੰਨਾਂ ਤੋਂ ਨਿੰਦਿਆ ਕਰਨ ਵਾਲਾ ਜ਼ਿਆਦਾ ਮਾੜਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਚੋਰ, ਯਾਰ, ਜੂਆਰ ਤੇ ਬੁਰਾ, ਅਣਹੋਂਦਾ ਭਾਰ ਨਿੰਦਕ ਸਿਰ ਧਰਾ। ਦੂਜੇ ਦਾ ਭਾਰ ਆਪਣੇ ਸਿਰ ਤੇ ਚੁੱਕੀ ਜਾਂਦਾ ਹੈ, ਅਣਹੋਇਆ ਭਾਰ ਨਿੰਦਕ ਨੇ ਆਪਣੇ ਸਿਰ ਦੇ ਉੱਤੇ ਰੱਖਿਆ। ਜਪਜੀ ਸਾਹਿਬ ਪੜ੍ਹਦੇ ਨਾ ਆਪਾਂ, ਤੇ ਮਹਾਰਾਜ ਸਾਹਿਬ ਜੀ ਨੇ ਇੱਕ ਪੌੜੀ ਵਿੱਚ ਨਿੰਦਕ ਦਾ ਜ਼ਿਕਰ ਵੀ ਕੀਤਾ, ਜਿੱਥੇ ਬਚਨ ਕਰਦੇ ਅਸੰਖ ਮੂਰ ਖੰਡ ਘੋਰ, ਅਸੰਖ ਚੋਰ ਹਰਾਮ ਖੋਰੇ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭੱਖ ਖਾਹੇ। ਅਗਲੀ ਪੰਕਤੀ ਹੈ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਿੰਦਿਆ ਕਰਨ ਨਾਲ ਸਿਰ ਤੋਂ ਭਾਰ ਲੈਂਦਾ ਨਹੀਂ, ਸਿਰ ਤੇ ਭਾਰ ਚੜ੍ਹਦਾ ਵਾ ਪਾਪਾਂ ਦਾ। ਮਹਾਰਾਜ ਕਹਿੰਦੇ ਅਣਗਿਣਤ ਜੀਵ ਉਹ ਆ ਜਿਹੜੇ ਦੂਜਿਆਂ ਦੀ ਨਿੰਦਿਆ ਕਰ ਕਰਦੇ ਆਪਣੇ ਸਿਰ ਤੇ ਪਾਪਾਂ ਦਾ ਭਾਰ ਹੀ ਚੜਾਈ ਜਾਂਦੇ। ਭਾਰ ਤੇ ਆਪਣਾ ਚੁੱਕਣਾ ਹੀ ਬੜਾ ਔਖਾ ਹੈ, ਤੇ ਬਾਕੀਆਂ ਦਾ ਕਿਵੇਂ ਚੁੱਕ ਕੇ ਪਾਰ ਲੰਘਿਆ ਜਾਵੇਗਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਅੰਨੇ ਗੁਰੂ ਦੇ ਅਗਿਆਨੀ ਜਿਹੜੇ ਚੇਲੇ ਆ, ਉਹ ਪਰਾਇਆਂ ਦੀ ਨਿੰਦਿਆ ਹੀ ਸਦਾ ਕਰਦੇ ਹਨ। ਪਰਾਇਆਂ ਦੀ ਨਿੰਦਿਆ ਕਰ ਕਰਕੇ ਆਪ ਵੀ ਡੁੱਬੇ, ਤੇ ਪਰ ਵਿਸ਼ੇਸ਼ ਕਰਕੇ ਦੂਸਰਿਆਂ ਨੂੰ ਨਿੰਦਿਆ ਸੁਣਾ ਸੁਣਾ ਕੇ ਤੇ ਨਿੰਦਿਆ ਕਰਨ ਵੱਲ ਪ੍ਰੇਰ ਕਰਕੇ ਦੂਜਿਆਂ ਨੂੰ ਵੀ ਡੋਬਦੇ ਹਨ। ਉਹ ਸਾਰੀਆਂ ਕੁਲਾਂ ਨੂੰ ਹੀ ਡੋਬ ਦਿੰਦੇ ਆ। ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਸਾਰਿਆਂ ਨੂੰ ਨਿੰਦਿਆ ਕਰਨ ਤੇ ਨਿੰਦਿਆ ਸੁਣਨ ਦਾ ਚਸਕਾ ਪਾ ਕੇ ਉਹਨਾਂ ਸਾਰਿਆਂ ਨੂੰ ਡੋਬਣ ਵਾਲੇ ਬਣ ਜਾਂਦੇ ਹਨ, ਡੋਬ ਦਿੰਦੇ ਹਨ। ਮਹਾਰਾਜ ਕਹਿੰਦੇ ਉਹਨਾਂ ਦੇ ਵੀ ਵੱਸ ਦੀ ਕੀ ਗੱਲ ਹੈ, ਉਹਨਾਂ ਦੇ ਕਰਮ ਹੀ ਐਸੇ ਮਾੜੇ, ਇੰਨੇ ਕਰਮ ਹੀ ਮਾੜੇ, ਇਸ ਕਰਕੇ ਉਹ ਸ੍ਰੇਸ਼ਟ ਗੁਣਾਂ ਨੂੰ ਧਾਰਨ ਹੀ ਨਹੀਂ ਕਰ ਸਕਦੇ। ਉਹਨਾਂ ਦੇ ਕਰਮਾਂ ਦੇ ਮੁਤਾਬਕ ਕਰਤਾ ਪੁਰਖ ਨੇ ਜਿੱਧਰ ਨੂੰ ਉਹਨਾਂ ਨੂੰ ਲਾ ਦਿੱਤਾ, ਉਧਰ ਨੂੰ ਉਹ ਲੱਗੇ ਹੋਏ ਹਨ। ਉਹ ਵਿਚਾਰੇ ਵੀ ਕੀ ਕਰ ਸਕਦੇ, ਉਹਨਾਂ ਦੇ ਧੁਰ ਤੋਂ ਭਾਗ ਹੀ ਮਾੜੇ ਆ। ਬਾਣੀ ਵਿੱਚ ਇਹ ਵੀ ਬਚਨ ਆਖਿਆ, ਉਹ ਇਹ ਵਿਚਾਰ ਹੈ ਕਿਆ ਕਰਹਿ ਜਾਂ ਭਾਗ ਧੁਰ ਮੰਦੇ।
ਜਦੋਂ ਧੁਰ ਤੋਂ ਹੀ ਉਹਨਾਂ ਦੇ ਪੂਰਬਲੇ ਭਾਗ ਹੀ ਮੰਦੇ ਆ ਤੇ ਫਿਰ ਉਹ ਕਰ ਵੀ ਕੀ ਸਕਦੇ ਹਨ ਬੱਪੜੇ ਵਿਚਾਰੇ। ਪੌੜੀ ਚ ਸਤਿਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰਦੇ ਹਨ। ਸਭ ਨਜ਼ਰੀ ਅੰਦਰ ਰੱਖਦਾ, ਸਾਰੀ ਸ੍ਰਿਸ਼ਟੀ ਨੂੰ ਆਪਣੀ ਨਜ਼ਰ ਦੇ ਅੰਦਰ ਰੱਖਦੇ ਆ ਵਾਹਿਗੁਰੂ ਜੀ। ਇਤਿ ਸਿਸਕ ਸਭ ਕੀਤੀ, ਜਿੰਨੀ ਸਾਰੀ ਸ੍ਰਿਸ਼ਟ ਪੈਦਾ ਕੀਤੀ ਹੋਈ ਹੈ, ਇੱਕ ਮੂਰਖ ਤਤ ਲਾਏ, ਇਕਨਾਂ ਨੂੰ ਉਹਨਾਂ ਦੇ ਕਰਮਾਂ ਦੇ ਮੁਤਾਬਕ ਝੂਠ ਦੇ ਵਿੱਚ, ਖੋਟੇ ਹੱਠ ਦੇ ਵਿੱਚ ਲਾਇਆ ਹੋਇਆ ਹੈ। ਮਨ ਮੁਖ ਵਿਗੂਤੀ, ਉਹ ਮਨਮੁਖ ਵਿਗੂਤੀ ਕਹੀਏ ਖਰਾਬ ਹੋ ਜਾਂਦੇ ਹਨ, ਆਪਣੇ ਜੀਵਨ ਨੂੰ ਬਰਬਾਦ ਕਰ ਜਾਂਦੇ ਹਨ। ਗੁਰਮੁਖ ਸਦਾ ਧਿਆਈ ਹੈ, ਜਿਹੜੇ ਗੁਰੂ ਸਾਹਿਬ ਨਾਲ ਜੁੜ ਕਰਕੇ ਗੁਰੂ ਦਾ ਉਪਦੇਸ਼ ਲੈ ਕੇ ਗੁਰਮੁਖ ਬਣ ਗਏ, ਉਹਨਾਂ ਨੇ ਸਦਾ ਧਿਆਉਣਾ ਕੀਤਾ ਹੈ। ਅੰਦਰ ਹਰ ਪ੍ਰੀਤੀ, ਉਹਨਾਂ ਦੇ ਅੰਦਰ ਹਰੀ ਦੀ ਪ੍ਰੀਤੀ ਲੱਗੀ ਹੋਈ ਹੈ। ਜਿਨ ਕੋ ਪੋਤਾ ਪੁੰਨ ਹੈ, ਜਿਨ੍ਹਾਂ ਦੇ ਪੋਤਾ ਨਾਮ ਹੈ ਖਜ਼ਾਨੇ ਦਾ, ਹਿਰਦੇ ਰੂਪੀ ਖਜ਼ਾਨੇ ਦੇ ਵਿੱਚ ਪੁੰਨ ਹੈ। ਜਨ ਬਾਤ ਸਕੀਤੀ, ਉਹਨਾਂ ਦੇ ਬਾਤ ਕਹੀਏ ਮੁਖ ਦੇ ਵਿੱਚ, ਸਪੀਤੀ ਕਹੀਏ ਸਿਫਤ ਹੈ ਕਰਤਾ ਪੁਰਖ ਦੀ। ਉਹਨਾਂ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਰਹਿੰਦੀ ਹੈ। ਨਾਨਕ ਨਾਮ ਧਿਆਈ ਹੈ, ਮਹਾਰਾਜ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿੰਦੇ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰੀਏ, ਸੱਚ ਸਿਫਤ ਸਮਾਏ, ਫਿਰ ਸੱਚੇ ਦੀ ਸਿਫਤ ਕਰੀਏ, ਫਿਰ ਸੁਨਾਈ ਵਾਹਿਗੁਰੂ ਦੀ ਸਨਾਖਤ ਹੁੰਦੀ ਹੈ, ਭਾਵ ਉਹਦੇ ਨਾਲ ਜੁੜ ਜਾਈਦਾ ਹੈ। ਉਹ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜਨ ਵਾਲੇ ਬਣ ਜਾਈਦਾ ਹੈ, ਉਹਦੀ ਸਿਫਤ ਦੀ ਪਹਿਚਾਣ ਹੋ ਜਾਂਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ, ਇਹ ਭਾਈ ਐਸਾ ਕਹੋ ਕਿ ਅਚਰਜ ਹੈ ਸੱਚੇ ਪਾਤਸ਼ਾਹ। ਤੂੰ ਸੱਚੀ ਨਾਈ, ਤੂੰ ਸੱਚੀ ਸੋਭਾ ਵਾਲਾ ਹੈ, ਤੂੰ ਆਪ ਵੀ ਸੱਚਾ ਹੈ, ਤੇਰੀ ਸੋਭਾ ਵੀ ਸੱਚੀ ਹੈ। ਧੰਨ ਹੈ ਤੂੰ ਸੱਚੇ ਪਾਤਸ਼ਾਹ। ਉਹ 10ਵੀਂ ਪੌੜੀ ਦੇ ਅੰਦਰ ਸ਼ਲੋਕਾਂ ਦੇ ਸਹਿਤ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਨਾਨਕ ਨਾਮ ਧਿਆਈ ਹੈ, ਸੱਚ ਸਿਫਤ ਸੁਨਾਈ, ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੇ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।